ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਿੰਦਰ ਸਿੰਘ ਜ਼ੀਰਾ ਮੌਜੂਦ ਨੇ। ਅਸੀਂ ਗੱਲਬਾਤ ਜੋ ਮੌਜੂਦਾ ਸਮੇਂ ਵਿੱਚ ਸਰਕਾਰ ਦੇ ਖਿਲਾਫ ਪਿੰਡੋ ਪਿੰਡ ਕਿਸਾਨਾਂ ਦੇ ਵੱਲੋਂ ਲਾਮਬੰਦੀ ਜੋ ਕੀਤੀ ਜਾ ਰਹੀ ਹੈ ਉਹਦੇ ਉੱਤੇ ਕਰਾਂਗੇ, ਕਿਉਂਕਿ ਕਿਸਾਨਾਂ ਨੂੰ ਜਿਹੜੀ ਉਹ ਫਸਲੀ ਮਾਰ ਪਈ ਹੈ। ਹਾਲਾਂਕਿ ਕੁਦਰਤੀ ਕਰੋਪੀ ਕਹਿ ਕੇ ਇਹ ਤੋਂ ਖਹਿੜਾ ਨਹੀਂ ਛਡਾਇਆ ਜਾ ਸਕਦਾ। ਇਹਦੇ ਵਿੱਚ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲੋਂ ਨਾਲ ਹੋਰ ਵੀ ਅਹਿਮ ਮਸਲੇ ਵਿਚਾਰੇ ਜਾਣਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਥੈਂਕ ਯੂ ਸੁਖਵਿੰਦਰ, ਨਾਈਸ ਟੂ ਬੀ ਵਿਦ ਯੂ। ਥੈਂਕ ਯੂ ਸਰ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਲਾਮਬੰਦੀ ਨੂੰ ਲੈ ਕੇ ਸਰਕਾਰ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ, ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ 15,000 ਰੁਪਏ ਏਕੜ ਦੇ ਹਿਸਾਬ ਨਾਲ, ਤੇ 2 ਸਲੈਬਾਂ ਵੀ ਬਣਾਈਆਂ ਗਈਆਂ ਕਿ ਕਿੰਨੇ ਖਰਾਬੇ ਦੀ ਕਿੰਨਾ ਜਿਹੜਾ ਉਹ ਸਰਕਾਰ ਵੱਲੋਂ ਗਿਰਦਾਵਰੀ ਜਿਹੜੀ ਹੋਏਗੀ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਹੋਏਗਾ ਉਹ ਦਿੱਤਾ ਜਾਏਗਾ। ਮੰਤਰੀ ਵਿਧਾਇਕ ਸਾਰੇ ਲੱਗੇ ਨੇ ਆਮ ਆਦਮੀ ਪਾਰਟੀ ਦੇ ਕਿ ਕਿਸਾਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪਰ ਜਿਹੜਾ ਇੱਕ ਰੋਸ ਜਾਂ ਫਿਰ ਇੱਕ ਗੁੱਸਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਉਹਦਾ ਕੀ ਕਾਰਨ ਸਮਝਿਆ ਜਾਵੇ ਕਿ ਕਿਸਾਨਾਂ ਦੀ ਅਸਲ ਦੇ ਵਿੱਚ ਜਿਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ 50,000 ਰੁਪਏ ਏਕੜ ਦੇ ਹਿਸਾਬ ਨਾਲ ਮਿਲਣਾ ਚਾਹੀਦਾ। ਮੈਂ ਚਾਹਾਂਗਾ ਕਿ ਅਸੀਂ ਉਹਨਾਂ ਰਿਪੋਰਟਾਂ ਤੋਂ ਸ਼ੁਰੂ ਕਰੀਏ ਕਿ ਜ਼ਮੀਨੀ ਪੱਧਰ ਦੇ ਉੱਤੇ ਕਿੰਨੀ ਕਿਸਾਨਾਂ ਦੀ ਫਸਲ ਨੂੰ ਮਾਰ ਪਈ ਹੈ ਤੇ ਕਿਸਾਨਾਂ ਨੂੰ ਕਿਹੜੇ ਹਿਸਾਬ ਦੇ ਨਾਲ ਉਹ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ। ਦੇਖੋ ਸੁਖਵਿੰਦਰ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੜੀ ਦੇਰ ਬਾਅਦ ਪੰਜਾਬ ਦੀ ਹਾੜੀ ਦੀ ਫਸਲ ਜਿਹੜੀ ਹੈ, ਜਿਹਦੇ ਵਿੱਚ ਖਾਸ ਤੌਰ ਤੇ ਕਣਕ ਦੀ ਫਸਲ ਹੈ ਔਰ ਸਰੋਂ ਦੀ ਫਸਲ ਵੀ ਹੁੰਦੀ ਹੈ, ਔਰ ਇਹਦੇ ਵਿੱਚ ਚਾਰੇ ਜਿਹੜੇ ਪਸ਼ੂਆਂ ਦਾ ਚਾਰਾ ਜਿਹੜਾ ਹੈਗਾ, ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਿਨਾਂ ਦੇ ਵਿੱਚ ਆਲੂ ਵਾਲੇ ਖੇਤ ਜਿਹੜੇ ਖਾਲੀ ਹੋ ਚੁੱਕੇ ਹੁੰਦੇ ਆ, ਆਲੂ ਦੀ ਫਸਲ ਮੋਰਓਵਰ ਹਾਰਵੈਸਟ ਹੋ ਚੁੱਕੀ ਹੁੰਦੀ ਹੈ, ਔਰ ਉਹਨਾਂ ਖੇਤਾਂ ਦੇ ਵਿੱਚ ਮੱਕੀ ਦੀ ਅਗਲੀ ਫਸਲ ਤੇ ਜਾਂ ਸਬਜ਼ੀਆਂ ਦੀ ਖੇਤੀ ਜਿਹੜੀ ਹੈ, ਜਿਹਦੇ ਵਿੱਚ ਖਾਸ ਤੌਰ ਤੇ ਮਸਕ ਮੈਲਨ, ਖਰਬੂਜਾ, ਮਤੀਰਾ, ਕੁੱਕਰਬਿਟਸ ਜਿਹੜੇ ਕੱਦੂ ਜਾਤੀ ਦੀਆਂ ਫਸਲਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਇਹਨਾਂ ਸਾਰੀਆਂ ਦੀ ਬੜਾ ਇਹ ਨਾ ਮਤਲਬ ਬੜਾ ਕਰੂਸ਼ੀਅਲ ਜਿਹਾ ਟਾਈਮ ਸੀਗਾ ਜਿਹਦੇ ਵਿੱਚ ਮੌਸਮ ਖਰਾਬ ਹੋਇਆ ਔਰ ਹਰੇਕ ਚੀਜ਼ ਦਾ ਹੀ ਬੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਕਣਕ ਪੱਕੀ ਹੋਈ ਸੀ, ਸਰੋਂ ਪੱਕੀ ਹੋਈ ਸੀ, ਔਰ ਲਗਾਤਾਰ ਮੌਸਮ ਖਰਾਬ ਹੋਣ ਕਰਕੇ ਜਿਹੜਾ ਹੈਗਾ ਕਣਕ ਦਾ ਬੜਾ ਕਾਫੀ ਜ਼ਿਆਦਾ ਨੁਕਸਾਨ ਹੈ, ਸਰਸੋਂ ਦਾ ਜ਼ਿਆਦਾ ਨੁਕਸਾਨ ਹੈ। ਜਿਹੜੀਆਂ ਫਸਲਾਂ ਦੀ ਮੈਂ ਗੱਲ ਕੀਤੀ ਹੈ, ਆਲੂ ਦੇ ਖੇਤ ਦੇ ਵਿੱਚ ਜਿਹੜੀਆਂ ਤਿਆਰ ਹੋ ਰਹੀਆਂ ਸੀ ਉਹ ਸ਼ੁਰੂਆਤੀ ਸਟੇਜ 'ਚ ਸੀ, ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ। ਮੱਕੀ ਦਾ ਅਜੇ ਥੋੜਾ ਨੁਕਸਾਨ ਹੈ, ਜਿਸ ਖੇਤਾਂ ਦੇ ਵਿੱਚ ਮੱਕੀ ਸੀ ਤਾਂ ਉਹਦਾ ਕੁਝ ਘੱਟ ਨੁਕਸਾਨ ਹੈ। ਸੋ ਇਸ ਮਤਲਬ ਸਟੇਜ ਤੇ ਆ ਕੇ ਕਾਫੀ ਸਾਲਾਂ ਬਾਅਦ ਇਹ ਬੜਾ ਦੁਖਦਾਈ ਹੈ ਕਿ ਕਿਸਾਨ ਦੀ, ਪੰਜਾਬ ਦੇ ਕਿਸਾਨ ਦੀ ਹਾਲਤ ਜਿਹੜੀ ਹੈ ਉਹ ਪਹਿਲਾਂ ਹੀ ਪਤਲੀ ਹੈ, ਤੇ ਇਸ ਤਰ੍ਹਾਂ ਜਦੋਂ ਸਿਰੇ ਲੱਗੀ ਫਸਲ ਜਿਹੜੀ ਹੈ ਔਰ ਉਹਦਾ 2, 4, 5, 7% ਨੁਕਸਾਨ ਅੱਗੇ ਵੀ ਕਈ ਵਾਰੀ ਮਤਲਬ ਹੋ ਜਾਂਦਾ ਹੈ। ਕਣਕ ਦੀ ਵਾਢੀ ਦੇ ਟਾਈਮ ਤੇ ਅਕਸਰ ਹੀ ਕਿਤੇ ਨਾ ਕਿਤੇ ਕੋਈ ਝਖੇੜਾ ਜਾਂ ਕੁਝ ਹੋ ਜਾਂਦਾ, ਪਰ ਇਸ ਵਾਰੀ ਜਿਹੜਾ ਲਗਾਤਾਰ ਮੌਸਮ ਖਰਾਬ ਰਿਹਾ ਉਹਨੇ ਨੁਕਸਾਨ ਤਾਂ ਕੀਤਾ ਕਾਫੀ ਵੱਡੇ ਪੱਧਰ ਤੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਔਰ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੈ। ਜੀ ਸੁਖਵਿੰਦਰ ਜੀ, ਮੈਂ ਇਹ ਜਾਨਣਾ ਚਾਹੁੰਦਾ ਸੀਗਾ ਕਿ ਫਸਲੀ ਨੁਕਸਾਨ ਜਿਹੜਾ ਹੋਇਆ, ਸਰਕਾਰ ਕਹਿੰਦੀ ਕਿ ਅਸੀਂ ਮੁਆਵਜ਼ਾ 15,000 ਦੇਣਾ ਆ, ਬਾਕੀ ਆਵਾਜ਼ਾਂ ਉੱਠ ਰਹੀਆਂ, ਕਿਸਾਨ ਵੀ ਕਹਿ ਰਹੇ ਨੇ ਕਿ 50,000 ਰੁਪਏ ਏਕੜ ਦੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ। ਜਿਹੜਾ ਮਤਲਬ ਕਿ ਸਲੈਬਾਂ ਤੈਅ ਕੀਤੀਆਂ ਗਈਆਂ ਕਿ 70% ਤੱਕ ਇੰਨਾ ਜਾਂ 35 ਤੋਂ ਉੱਪਰ ਦਾ ਇੰਨਾ ਜਾਂ 70 ਤੋਂ ਉੱਪਰ ਦਾ ਇੰਨਾ, ਉਹਦੇ ਨਾਲ ਸੰਤੁਸ਼ਟੀ ਕਿਉਂ ਨਹੀਂ ਕਿਸਾਨਾਂ ਦੀ? ਘੱਟੋ ਘੱਟ ਕਿੰਨਾ ਕੁ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਲਈ ਹੋਣਾ ਚਾਹੀਦਾ? ਉਹਦੇ ਵਿੱਚ ਸੁਖਵਿੰਦਰ ਇਹ ਹੈ ਕਿ ਪਹਿਲੀ ਗੱਲ ਤਾਂ ਸਭ ਤੋਂ ਅਹਿਮ ਤਾਂ ਇਹੀ ਹੈ ਕਿ ਜਿੱਦਾਂ ਤੁਸੀਂ ਜਿਹੜੇ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਬੜੀ ਇੱਕ ਮੈਂ ਵੀ ਪਿਛਲੇ ਦਿਨਾਂ ਦੇ ਵਿੱਚ ਨੋਟ ਕੀਤਾ ਕਿ ਮਜੀਠੀਆ ਸਾਹਿਬ ਦਾ ਵੀ ਬਿਆਨ ਸੀਗਾ ਅਕਾਲੀ ਦਲ ਤੋਂ ਕਿ 50,000 ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ। ਸੋ ਇਹ ਸਾਰੇ ਉਹ ਲੋਕ ਹੈ ਜਿਨ੍ਹਾਂ ਦੇ ਕੋਲੇ ਸਮੇਂ-ਸਮੇਂ ਤੇ ਮਤਲਬ ਮੌਜੂਦਾ ਪ੍ਰਬੰਧ ਦੇ ਵਿੱਚ ਜ਼ਿੰਮੇਵਾਰ ਲੋਕ ਰਹੇ ਨੇ, ਠੀਕ ਹੈ। ਔਰ ਅੱਜ ਜੇਕਰ ਤਾਂ ਕਿਸਾਨ ਦੀ ਹਾਲਤ ਵੇਖੀਏ ਤਾਂ ਕਿਸਾਨ ਦੀ ਵਿੱਤੀ ਹਾਲਤ ਦੇ ਮੁਤਾਬਕ 50,000 ਰੁਪਇਆ ਵੀ ਜੇ ਮੁਆਵਜ਼ਾ ਮਿਲਦਾ ਹੈ ਤਾਂ ਕੋਈ ਇਹ ਅਤਕਥਨੀ ਨਹੀਂ ਹੈ। ਪਰ ਕੀ ਅਸੀਂ 50,000 ਰੁਪਇਆ ਮੁਆਵਜ਼ਾ ਦੇਣ ਦੇ ਸਾਡੀਆਂ ਸਰਕਾਰਾਂ ਸਮਰੱਥ ਹੈਗੀਆਂ ਨੇ? ਇਹ ਵੀ ਦੇਖਣਾ ਪਊਗਾ। ਦੂਸਰੀ ਗੱਲ, ਜਿਹੜੇ ਲੋਕ ਅੱਜ ਇਸ ਗੱਲ ਦੀ ਮੰਗ ਕਰਦੇ ਨੇ
ਕੀ ਉਹਨਾਂ ਨੇ ਆਪਣੇ ਸਮਿਆਂ ਦੇ ਉੱਤੇ ਇਹੋ ਜਿਹਾ ਕੁਝ ਡਿਲੀਵਰ ਕਰ ਸਕਣ ਦਾ, ਜਾਂ ਕਿ ਅਸੀਂ ਮਤਲਬ ਲਗਾਤਾਰ ਕਿਸਾਨ ਦੀ ਜਾਂ ਕਿਸੇ ਵੀ ਆਫਤ ਦੇ ਸਮੇਂ ਦੇ ਵਿੱਚ ਆਪਦੇ ਬਛਿੰਦਿਆਂ ਦੀ ਅਸੀਂ ਬਾਹ ਫੜਨ ਦੇ ਯੋਗ ਹੋ ਜਾਾਂਗੇ? ਕੀ ਉਹਨਾਂ ਨੇ ਕੋਈ ਇਹੋ ਜਿਹਾ ਪ੍ਰਬੰਧ ਕੀਤਾ? ਸੁਖਵਿੰਦਰ, ਇੱਥੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਖੇਤੀਬਾੜੀ ਦੇ ਵਿੱਚ ਕੁਦਰਤੀ ਕਰੋਪੀ ਦੇ ਨਾਲ ਹੋਏ ਨੁਕਸਾਨਾਂ ਦਾ ਜਿਹੜਾ ਮੁਆਵਜ਼ਾ ਹੈ, ਅਸਲ ਦੇ ਵਿੱਚ ਜਦੋਂ ਏਡੇ ਵੱਡੇ ਪੱਧਰ ਤੇ ਹੁੰਦਾ ਹੈ ਤੇ ਸਾਡੀ ਪੰਜਾਬ ਸਟੇਟ ਦੀ ਸਰਕਾਰ ਜਿਹੜੀ ਸਟੇਟ ਪਹਿਲਾਂ ਹੀ 3 ਲੱਖ ਕਰੋੜ ਦੀ ਕਰਜ਼ਾਈ ਹੋਊਗੀ, ਉਹ ਆਪਦੇ ਮਤਲਬ ਇੰਨੇ ਵਿੱਤੀ ਸੰਕਟ ਦੇ ਵਿੱਚ ਜੂਝ ਰਹੇ ਕਿਸਾਨਾਂ ਦੀ ਬਾਹ ਕਿੰਨੀ ਕੁ ਫੜ ਸਕਦੀ ਹੈ ਔਰ ਕਿੱਧਰੋਂ ਫੜ ਸਕਦੀ ਹੈ? ਅਸੀਂ ਕੀ ਉਮੀਦ ਲਾ ਸਕਦੇ ਇਸ ਗੱਲ? ਪਹਿਲਾਂ ਤਾਂ ਸਾਨੂੰ ਆਪਣੇ ਹਾਲਾਤ ਦੇਖਣੇ ਪੈਣਗੇ, ਇੱਕ ਚੀਜ਼। ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਇਹਦੇ ਪ੍ਰੋਸੀਜਰ ਕੀ ਸੀ, ਹੋਣਾ ਕੀ ਚਾਹੀਦਾ? ਹੋਣਾ ਇਹ ਚਾਹੀਦਾ ਹੈ ਕਿ ਸਾਡਾ ਮਤਲਬ ਜਿਹੜਾ ਹੈਗਾ ਹੈ, ਨਾ ਪਿਛਲੀਆਂ ਸਰਕਾਰਾਂ ਨੇ ਔਰ ਨਾ ਮੌਜੂਦਾ ਸਰਕਾਰ ਨੇ, ਤੁਹਾਡੇ ਧਿਆਨ 'ਚ ਹੋਣਾ ਹੈ ਕਿ ਕੁਦਰਤੀ ਇਹਨਾਂ ਦਿਨਾਂ ਦੇ ਵਿੱਚ ਹੀ ਮੌਜੂਦਾ ਸਰਕਾਰ ਇੱਕ ਐਗਰੀਕਲਚਰ ਦੇ ਉੱਪਰ ਪਾਲਿਸੀ ਤਿਆਰ ਕਰ ਰਹੀ ਹੈ, ਔਰ ਉਹਨਾਂ ਪਾਲਿਸੀਆਂ ਦੇ ਵਿੱਚ ਵੀ ਬੜੀ ਤਰਸਯੋਗ ਹਾਲਤ ਹੈ ਸਾਡੇ ਇਸ ਖਿੱਤੇ ਦੀ, ਸਾਡੇ ਲੋਕਾਂ ਦੀ ਕਹਿ ਲਈਏ ਕਿ ਪਤਾ ਨਹੀਂ ਕਿਉਂ ਮਤਲਬ ਜਿਹੜੇ ਕੋਈ ਸਥਾਪਤੀ ਵਾਲੇ ਹੱਲ ਹੈ, ਜਿਹੜੇ ਉਸ ਪਾਸੇ ਨੂੰ ਕੋਈ ਤੁਰਨ ਦਾ, ਕੋਈ ਸਟੈਪ ਪੱਟਣ ਦਾ ਮਤਲਬ ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਜਿਹੜੀ ਹੈਰਾਨੀ ਜਿਸ ਗੱਲ ਦੀ ਹੁੰਦੀ ਹੈ, ਜਾਂ ਤਾਂ ਸਾਡੇ ਮਾਹਰਾਂ ਦੇ ਵਿੱਚ ਕਮੀ ਹੈ, ਜਾਂ ਸਾਡੇ ਮਾਹਰਾਂ ਦੀ ਗੱਲ ਜਿਹੜੀ ਹੈ ਸਰਕਾਰਾਂ ਨਹੀਂ ਸੁਣ ਰਹੀਆਂ। ਉਹ ਵੋਟ ਬੈਂਕ ਦੀ ਰਾਜਨੀਤੀ ਹੈ, ਜਾਂ ਕਿਸ ਤਰ੍ਹਾਂ ਨਾਲ ਇੱਕ ਜਿਹੜੀਆਂ ਮਤਲਬ ਲੋਕਾਂ ਨੂੰ ਖੁਸ਼ ਕਰਨ ਵਾਲੀਆਂ, ਮੌਕੇ ਦੇ ਮੌਕੇ ਖੁਸ਼ ਕਰਨ ਵਾਲੀਆਂ ਜਿਹੜੀਆਂ ਸਕੀਮਾਂ ਅਸੀਂ ਲੈ ਕੇ ਆਉਨੇ ਆ। ਸੋ ਅਸਲ ਦੇ ਵਿੱਚ ਜਿਹੜਾ ਇਹਦਾ ਸੁਖਵਿੰਦਰ ਹੱਲ ਹੈ, ਜਦੋਂ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਵਾਸਤੇ ਜਿਹੜਾ ਸਭ ਤੋਂ ਪਹਿਲਾਂ ਤਾਂ ਖੇਤੀ ਸੈਕਟਰ ਦੇ ਵਿੱਚ ਬੀਮਾ ਪਾਲਿਸੀ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਬੀਮਾ ਇੰਸ਼ੋਰੈਂਸ ਚਾਹੇ ਬੇਸ਼ੱਕ ਛੋਟੀ ਛੋਟੀ ਮਾਤਰਾ ਦੇ ਵਿੱਚ, ਚਾਹੇ ਉਹ ਸਰਕਾਰ ਭਰ ਰਹੀ ਹੋਵੇ ਜਾਂ ਕਿਸਾਨ ਭਰ ਰਿਹਾ ਹੋਵੇ, ਤਾਂ ਜਦੋਂ ਕੋਈ ਇਸ ਤਰ੍ਹਾਂ ਦੀਆਂ ਆਫਤਾਂ ਆਉਂਦੀਆਂ ਹੈ ਤਾਂ ਕੀ ਜਿਹੜੀਆਂ ਸਟੇਟਸ, ਜਿਹੜੀ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਜਿਹੜੀ ਸਰਕਾਰ ਤੋਂ ਮਤਲਬ ਜਿਹੜਾ ਹੈਗਾ ਹਰ ਮਹੀਨੇ ਜਾ ਕੇ ਮਤਲਬ ਦਿੱਲੀ ਦਰਬਾਰ ਦੇ ਵਿੱਚ ਮੰਗਤਿਆਂ ਦੇ ਵਾਂਗੂ ਜਾਂਦੇ ਆ ਅਸੀਂ, ਕਿਉਂਕਿ 3 ਲੱਖ ਕਰੋੜ ਦੇ ਪਹਿਲਾਂ ਹੀ ਕਰਜ਼ਾਈ ਹੈ। ਚੱਪੇ ਚੱਪੇ ਤੇ ਅੱਜ ਫੇਰ ਸਾਡੇ ਕੋਲੇ ਮਤਲਬ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਫੋਰਸਸ ਫਿਰ ਰਹੀਆਂ ਨੇ, ਔਰ ਉਹਨਾਂ ਦੇ ਖਰਚੇ ਵੀ ਸਾਨੂੰ ਪੈਣੇ ਨੇ, ਔਰ ਅਸੀਂ ਇਸ ਹਾਲਤ ਦੇ ਵਿੱਚ ਅਸੀਂ ਪੰਜਾਬ ਦੇ ਕਿਸਾਨਾਂ ਦੀ ਕਿੰਨੀ ਕੁ ਬਾਂਹ ਫੜ ਲਵਾਂਗੇ? ਇਹ ਤਾਂ ਅਜੇ ਸੁਖਵਿੰਦਰ ਜਿੰਨੀ ਕੁ ਤੁਸੀਂ ਗੱਲ ਕੀਤੀ ਹੈ ਕਿ ਸਲੈਬ ਬਣਾਏ ਜਾ ਰਹੇ ਹੈ, ਗਿਰਦਾਵਰੀਆਂ ਕਰਾਈਆਂ ਜਾ ਰਹੀਆਂ, ਗੱਲ ਤਾਂ ਪਤਾ ਤਾਂ ਉਦੋਂ ਲੱਗੂਗਾ ਕਿ ਜਦੋਂ ਕਿਸਾਨ ਦੀ ਜੇਬ ਤੱਕ ਕੁਝ ਪਹੁੰਚਦਾ ਜਾਂ ਕਿੰਨਾ ਕੁ ਪਹੁੰਚਦਾ, ਕਿਉਂਕਿ ਗੱਲ ਤਾਂ ਸਾਰੀ ਮਤਲਬ ਪੈਸੇ ਨਾਲ ਹੀ ਹੈ ਨਾ ਜੀ, ਫੰਡ ਦੇ ਨਾਲ ਹੀ ਹੈ। ਜੇ ਹੋਣਗੇ, ਸਮਰੱਥਾ ਹੋਏਗੀ ਸਰਕਾਰ ਦੀ, ਤਾਂ ਫੇਰ ਹੀ ਦੇ ਪਾਵੇਗੀ ਨਾ। ਸੋ ਇੱਕ ਤਾਂ ਸਾਰਿਆਂ ਤੋਂ ਵੱਡੀ ਗੱਲ ਤਾਂ ਮੈਨੂੰ ਇਹ ਲੱਗ ਰਹੀ ਹੈ ਕਿ ਅਸੀਂ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਵਾਸਤੇ ਅਸੀਂ ਸਾਡਾ ਪ੍ਰਬੰਧ ਜਿਹੜਾ ਹੈਗਾ ਉਹ ਅਸੀਂ ਉਸ ਲੈਵਲ ਤੇ ਉਸ ਯੋਗ ਨਹੀਂ ਬਣਾ ਕੇ ਰੱਖਦੇ ਕਿ ਅਸੀਂ ਉਹਨਾਂ ਨਾਲ ਨਜਿੱਠ ਸਕੀਏ, ਪਹਿਲੀ ਗੱਲ। ਦੂਸਰੀ ਗੱਲ ਜਿਹੜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈਗੀ ਹੈ ਕਿ ਜਿਹੜਾ ਸਾਡਾ ਆਰਗੇਨਾਈਜ਼ਡ ਸੈਕਟਰ ਵੀ ਹੈਗਾ ਕਿਸਾਨੀ ਦਾ ਤੇ ਸਰਕਾਰਾਂ ਦਾ ਨਾ ਇੱਕ ਪਾੜਾ ਜਿਹੜਾ ਦਿਖਦਾ ਹੈ ਵਾਰ-ਵਾਰ, ਮਤਲਬ ਪਹਿਲਾਂ ਸੈਂਟਰ ਦੇ ਵਿੱਚ ਬਿੱਲ ਬਣੇ ਕੇਂਦਰ ਸਰਕਾਰ ਦੇ, ਉੱਥੇ ਸਾਲ ਭਰ ਕਿਸਾਨ ਬੈਠੇ ਜੂਝਦੇ ਰਹੇ, ਚਲੋ ਉਹ ਕੈਂਸਲ ਕਰਵਾਏ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਵੀ ਕਿਸਾਨ ਆਰਗੇਨਾਈਜੇਸ਼ਨਸ ਜਗ੍ਹਾ ਜਗ੍ਹਾ ਦੇ ਉੱਪਰ, ਕਿਤੇ ਟੋਲ ਪਲਾਜ਼ਿਆਂ ਦੇ ਮਾਮਲੇ ਦੇ ਵਿੱਚ, ਕਿਤੇ ਕਿਸੇ ਹੋਰ ਮਸਲੇ ਦੇ ਵਿੱਚ, ਥਾਂ ਥਾਂ ਦੇ ਉੱਪਰ ਜਿਹੜਾ ਹੈਗਾ ਕਿਸਾਨਾਂ ਦਾ ਤੇ ਸਰਕਾਰ ਦਾ ਜਿਹੜਾ ਨਾ 36 ਦਾ ਅੰਕੜਾ ਉਹ ਚੱਲਦਾ ਰਹਿੰਦਾ। ਸੋ ਉਹਦੇ ਦੌਰਾਨ ਜਿਹੜਾ ਹੈਗਾ ਜਿਹੜੀ ਸਰਕਾਰ ਕੋਈ ਵੀ ਸਟੈਪ ਜੇ ਕੋਈ ਉਹ ਲੈਂਦੀ ਵੀ ਹੈ ਤਾਂ ਉਹ ਮਤਲਬ ਕਿਸਾਨ ਆਰਗੇਨਾਈਜੇਸ਼ਨਾਂ ਨੂੰ ਵੀ ਕਿਤੇ ਨਾ ਕਿਤੇ ਨਾ ਮਨਜ਼ੂਰ ਰਹਿੰਦਾ ਹੈਗਾ, ਕਿਉਂਕਿ ਸਰਕਾਰ ਦਾ ਰਵੱਈਆ ਜਿਹੜਾ ਹੈ ਨਾ ਉਹ ਕਿਸਾਨ ਦੀ ਜਿਹੜੀ ਅਜੋਕੀ ਹਾਲਤ ਹੈ, ਅੱਜ ਦੇ ਕਿਸਾਨ ਦੀ ਜਿਹੜੀ ਹਾਲਤ ਹੈ ਉਹਦੀ ਪੂਰਤੀ ਕਰਨ ਵਾਲਾ ਜਿਹੜਾ ਜਿਸ ਤਰ੍ਹਾਂ ਦਾ ਐਟੀਟਿਊਡ ਹੋਣਾ ਚਾਹੀਦਾ ਸਰਕਾਰ ਦਾ, ਜਿਸ ਪੱਧਰ ਤੇ ਹੋਣਾ ਚਾਹੀਦਾ, ਉਹ ਕਿਤੇ ਨਜ਼ਰ ਨਹੀਂ ਆਉਂਦਾ। ਸੋ ਮੈਨੂੰ ਤਾਂ ਇਸ ਗੱਲ ਤੇ ਵੀ ਥੋੜਾ ਡਾਊਟ ਹੈ ਕਿ ਜੋ ਗਿਰਦਾਵਰੀਆਂ ਹੋਣਗੀਆਂ, ਕਿਉਂਕਿ ਜੇ ਤਾਂ ਸੁਖਵਿੰਦਰ ਕਿਸੇ ਪਾਰਟਿਕੂਲਰ ਇੱਕ ਡਿਸਟ੍ਰਿਕਟ ਦੇ ਵਿੱਚ, ਇੱਕ ਇਲਾਕੇ ਦੇ ਵਿੱਚ ਹੋਵੇ ਤਾਂ ਗੱਲ ਹੋਰ ਹੈ। ਪੂਰੇ ਪੰਜਾਬ ਦੇ ਵਿੱਚ ਮਤਲਬ ਹਾਲਾਤ ਖਰਾਬ ਹੋਏ ਨੇ, ਔਰ ਕੀ ਸਰਕਾਰ ਦੇ ਪਾਊਗੀ? ਚਾਹੇ 15,000 ਦੀ ਗੱਲ ਹੈ, ਚਾਹੇ 20,000 ਦੀ ਗੱਲ ਹੈ, ਚਾਹੇ ਸਲੈਬਸ ਦੇ ਵਿੱਚ। ਸੋ ਇਹਦੇ ਨਾਲ ਵੀ ਕੱਲ ਨੂੰ ਕੀ ਆਉਣਾ ਨੇ, ਕੀ ਆਏਗਾ ਲੋਕਾਂ ਦੇ ਸਾਹਮਣੇ, ਕੀ ਆਏਗਾ ਇਹ ਪਤਾ ਲੱਗ ਜਾਣਾ। ਸਾਨੂੰ ਪਤਾ ਲੱਗ ਜੂਗਾ ਕਿ ਜਦੋਂ ਤੱਕ ਲੋਕਾਂ ਨੂੰ ਇਹਦਾ ਮੁਆਵਜ਼ਾ ਮਿਲਦਾ ਹੈ, ਫਿਰ ਉਹ ਕਦੋਂ ਮਿਲਦਾ ਹੈ, ਕਿਉਂਕਿ ਕਿਸਾਨ ਦੀ ਤਾਂ
ਜਿਹੜੀ ਹਾੜੀ ਦੀ ਫਸਲ ਹੈ ਨਾ ਸੁਖਵਿੰਦਰ, ਕਣਕ ਦੀ ਫਸਲ ਹੈ ਜਿਹੜੀ, ਇਹ 2-3 ਤਰ੍ਹਾਂ ਤੋਂ ਬੜੀ ਮਹੱਤਵਪੂਰਨ ਹੈ। ਜਿਹੜਾ ਇੱਥੇ ਆ ਕੇ ਹੋਇਆ ਨੁਕਸਾਨ ਹੈ ਨਾ ਜਿਹੜਾ, ਉਹ ਕਈ ਤਰ੍ਹਾਂ ਦੇ ਨਾਲ ਭਾਰੂ ਪੈਂਦਾ ਹੈ। ਇੱਕ ਤਾਂ ਇਹ ਹੈ ਕਿ ਕਣਕ ਦੀ ਜਿਹੜੀ ਹੈ ਕੁਆਲਿਟੀ ਬਹੁਤ ਜ਼ਿਆਦਾ ਪੂਅਰ ਹੋ ਜਾਂਦੀ ਹੈ। ਤਾਂ ਕੀ ਜਿਹੜੀ ਕਣਕ ਮੰਡੀਆਂ ਦੇ ਵਿੱਚ ਆਏਗੀ ਉਹ ਵਾਜਬ ਮੁੱਲ ਮਿਲ ਜਾਏਗਾ? ਉਹ ਏਜੰਸੀਜ਼ ਭਰ ਲੈਣਗੀਆਂ ਉਹਨੂੰ, ਔਰ ਭਰ ਕੇ ਫਿਰ ਉਹਦੀ ਪ੍ਰੋਪਰ ਸਟੋਰੇਜ ਹੋ ਜਾਏਗੀ, ਸਟੋਰ ਹੋ ਜਾਏਗੀ ਉਹ ਕਣਕ? ਕਿਉਂਕਿ ਕਣਕ ਦੀ ਗੁਣਵੱਤਾ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਫਿਰ ਉਹ ਸਟੋਰ ਵੀ ਨਹੀਂ ਹੁੰਦੀ। ਸੋ ਦੂਸਰਾ ਇੱਕ ਜਿਹੜਾ ਭਾਰੂ ਪੱਖ ਇਹਦਾ ਮਤਲਬ ਸਾਡੇ ਸਾਹਮਣੇ ਆਊਗਾ, ਉਹ ਹੈਗਾ ਕਿ ਕਣਕ ਦੀ ਫਸਲ ਤੋਂ ਬਾਅਦ ਜਿਹੜੀ ਤੂੜੀ ਬਣਦੀ ਹੈ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੂੜੀ, ਨਾਲ ਦੀਆਂ 2-3 ਸਟੇਟਾਂ ਨੂੰ ਵੀ ਤੂੜੀ ਜਾਂਦੀ ਹੈ। ਤੇ ਪਸ਼ੂ ਧਨ ਜਿੰਨਾ ਹੈਗਾ ਉੱਤਰੀ ਭਾਰਤ ਦਾ, ਉਹਦੇ ਵਿੱਚ ਉਹਦੇ ਪੂਰੇ ਸਾਲ ਦਾ ਚਾਰਾ, ਸੁੱਕਾ ਚਾਰਾ ਜਿਹੜਾ ਹੈਗਾ, ਉਹਦੀ ਪੂਰਤੀ ਪੰਜਾਬ ਦੀ ਕਣਕ ਦੀ ਫਸਲ ਕਰਦੀ ਹੈ। ਸੋ ਜਦੋਂ ਕਣਕ ਦੀ ਫਸਲ ਇਸ ਤਰ੍ਹਾਂ ਡਿੱਗੀ ਢੱਠੀ ਔਰ ਗਿੱਲੇ ਮੌਸਮ ਦੇ ਵਿੱਚ ਪੱਕਦੀ ਹੈ, ਤਾਂ ਉਹ ਤੂੜੀ ਦੀ ਕੁਆਲਿਟੀ ਵੀ ਖਰਾਬ ਹੁੰਦੀ ਔਰ ਕੁਆਂਟੀਟੀ ਵੀ ਬਿਲਕੁਲ ਖਤਮ ਹੋ ਜਾਣੀ। ਉਹ ਤੂੜੀ ਵੀ ਸਟੋਰ ਦੇ ਯੋਗ ਨਹੀਂ ਰਹਿੰਦੀ। ਸੋ ਇਹ ਨੁਕਸਾਨ ਜਿਹੜਾ ਹੈਗਾ, ਇਹ ਸਾਨੂੰ ਆਉਣ ਵਾਲਾ ਪੂਰਾ ਸਾਲ ਭਰ, ਪੂਰੇ ਸਾਲ ਵਾਸਤੇ ਸਾਡੀਆਂ ਸਰਕਾਰਾਂ ਨੂੰ ਮਤਲਬ ਇਸ ਗੱਲ ਦੀ ਤਿਆਰੀ ਦੇ ਵਿੱਚ ਰਹਿਣਾ ਪਊਗਾ ਕਿ ਮਤਲਬ ਪੂਰਾ ਸਿਸਟਮ ਜਿਹੜਾ ਹੈਗਾ, ਇੱਕ ਸਾਲ ਦਾ ਜਿਹੜਾ ਹਾੜੀ ਦੀ ਫਸਲ ਹੁੰਦੀ ਹੈ, ਇਹ ਮਤਲਬ ਸਾਲ ਭਰ ਆਸ਼ਰਿਤ ਰਹਿੰਦਾ ਹੈ, ਜਨ ਜੀਵਨ ਵੀ ਔਰ ਪਸ਼ੂ ਧਨ ਵੀ ਇਹਦੇ ਉੱਪਰ, ਔਰ ਉਹ ਪੂਰੇ ਦੇ ਪੂਰੇ ਨੇ ਡਿਸਟਰਬ ਹੋਣਾ ਹੈ। ਔਰ ਸਾਡੀ ਕਿੰਨੀ ਕੁ ਤਿਆਰੀ ਹੈ ਇਹਦੇ ਨਾਲ ਨਜਿੱਠਣ ਦੀ, ਇਹ ਸਾਨੂੰ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ। ਸਰਕਾਰ ਦੇ ਅੱਗੇ ਇੱਕ ਚੈਲੰਜ ਹੈ ਔਰ ਬਹੁਤ ਸੀਰੀਅਸਲੀ ਨਜਿੱਠਣਾ ਪਊਗਾ ਇਹਦੇ ਨਾਲ। ਜੀ ਸਰ, ਜਿਵੇਂ ਕੁਝ ਖਬਰਾਂ ਇਹੋ ਜਿਹੀਆਂ ਆ ਰਹੀਆਂ ਕਿ ਦਫ਼ਤਰਾਂ ਦੇ ਵਿੱਚ ਬਹਿ ਕੇ ਹੀ ਉਹ ਤੈਅ ਕਰ ਦਿੱਤਾ ਜਾਂਦਾ ਹੈ ਕਿ ਕਿੰਨਾ ਕੁ ਖਰਾਬਾ ਹੋਇਆ, ਜਾਂ ਕਿ ਗਿਰਦਾਵਰੀ ਦੇ ਜਿਹੜੇ ਅੰਕੜੇ ਨੇ ਉਹ ਦਫ਼ਤਰਾਂ 'ਚ ਬਹਿ ਕੇ ਹੀ ਤੈਅ ਹੋ ਰਹੇ ਨੇ। ਪਟਵਾਰੀ ਜਿਹੜੇ ਨੇ ਉਹ ਕਿਤੇ ਕਿਤੇ ਪਹੁੰਚ ਰਹੇ ਨੇ, ਕਿਤੇ ਨਹੀਂ ਪਹੁੰਚ ਰਹੇ, ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਪਿੰਡਾਂ ਦੇ ਪੱਧਰ ਦੇ ਉੱਤੇ ਜਿਸ ਤਰੀਕੇ ਨਾਲ ਐਕਸ਼ਨ ਹੋਣਾ ਚਾਹੀਦਾ ਹੈ, ਕੀ ਇਹ ਸਿਰਫ ਪਟਵਾਰੀਆਂ ਤੱਕ ਸੀਮਤ ਹੋਣਾ ਚਾਹੀਦਾ? ਜਿਵੇਂ ਮੰਤਰੀ ਸਾਹਿਬਾਨ, ਐਮਐਲਏ ਸਾਹਿਬਾਨ ਆ ਤਾਂ ਰਹੇ ਨੇ, ਪਰ ਫਿਰ ਵੀ ਕਿਸਾਨਾਂ ਦੀ ਉਹ ਜਿਵੇਂ ਕਹਿੰਦੇ ਕਿ ਨਾਰਾਜ਼ਗੀ ਜਿਹੜੀ ਆ ਉਵੇਂ ਬਰਕਰਾਰ ਹੈ ਕਿ ਜੋ ਕੁਝ ਹੱਲ ਹੋਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਹੋ ਰਿਹਾ, ਦਫ਼ਤਰਾਂ 'ਚ ਬਹਿ ਕੇ ਨਹੀਂ ਹੋ ਸਕਦਾ। ਤਾਂ ਫਿਰ ਕਿਸ ਢੰਗ ਦੇ ਨਾਲ, ਮਤਲਬ ਕਿ ਖੇਤੀਬਾੜੀ ਪੱਧਰ ਦੇ ਅਧਿਕਾਰੀ ਕਰਮਚਾਰੀਆਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਉਸ ਕਿੱਤੇ ਨਾਲ ਜੁੜਿਆਂ ਦੀ, ਜਿਹੜੇ ਆ ਕੇ ਇਹਦੀ ਸਾਰ ਲੈਣ? ਹਾਂ ਸੁਖਵਿੰਦਰ, ਇਹ ਦੇਖੋ ਜਦੋਂ ਕੋਈ ਆਫਤ ਆਉਂਦੀ ਹੈ ਨਾ, ਤਾਂ ਜਿਨ੍ਹਾਂ ਲੋਕਾਂ ਤੇ ਆਫਤ ਆਉਂਦੀ ਹੈ, ਦੇਖੋ ਉਹਨਾਂ ਦਾ ਤਾਂ ਉਹਨਾਂ ਦੀ ਮਨੋਬਿਰਤੀ ਜਿਹੜੀ ਹੈ ਉਹ ਤਾਂ ਕੁਦਰਤੀ ਤੌਰ ਤੇ ਹੀ ਹੈ ਵੀ ਮਤਲਬ ਉਹਨਾਂ ਨੂੰ ਬੜੀ ਜਲਦੀ ਵੀ ਹੁੰਦੀ ਹੈ। ਇੱਕਦਮ ਕੁਦਰਤੀ ਕਰੋਪੀ ਆਈ ਹੈ, ਲੋਕਾਂ ਦੇ ਵਿੱਚ ਮਤਲਬ ਇੱਕ ਬੜਾ ਉਸ ਤਰ੍ਹਾਂ ਦਾ ਮਾਹੌਲ ਬਣ ਗਿਆ ਵੀ ਯਾਰ ਕੀ ਬਣੇਗਾ, ਕਿਉਂਕਿ ਜਿਹੜਾ ਕਿਸਾਨ ਦੀ ਜਿਹੜੀ ਹਾੜੀ ਦੀ ਫਸਲ ਹੈ ਉਹਦੀ ਵੱਟਤ ਦੇ ਨਾਲ ਅਗਲੀ ਫਸਲ ਦਾ ਸਾਰਾ ਖਰਚਾ, ਸਾਰਾ ਮਤਲਬ ਜਿਹੜਾ ਹੈਗਾ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਹਟਿਆ ਵੀ ਕਾਫੀ ਇੰਪੋਰਟੈਂਟ ਮਤਲਬ ਹੁੰਦਾ ਹੈ ਇਹ ਉਹਦੇ ਪੂਰੇ ਸਾਲ ਦੇ ਪ੍ਰਬੰਧ ਦੇ ਵਾਸਤੇ। ਪਰ ਜਿੱਥੋਂ ਤੱਕ ਸਰਕਾਰਾਂ ਦਾ ਜਾਂ ਇਹ ਹੈਗਾ ਗਿਰਦਾਵਰੀ ਦਾ, ਪਟਵਾਰੀਆਂ ਦਾ ਜਾਂ ਖੇਤੀਬਾੜੀ ਵਿਭਾਗ ਦਾ ਤੁਸੀਂ ਸਵਾਲ ਉਠਾਇਆ ਹੈ, ਜਾਂ ਲੋਕਾਂ ਦੀ ਸੰਤੁਸ਼ਟੀ ਨਹੀਂ ਹੈ, ਜਾਂ ਮੰਤਰੀ ਪਹੁੰਚਣ ਜਾਂ ਨਾ ਪਹੁੰਚਣ, ਇਹਦੇ ਵਿੱਚ ਸੁਖਵਿੰਦਰ ਜਿਹੜੀ ਤਾਂ ਹੈਗੀ ਹੈ ਅਹਿਮ ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਲੋਕਾਂ ਨੂੰ ਧਰਵਾਸਾ ਦੇਣਾ ਪਊਗਾ। ਧਰਵਾਸਾ ਦੇਵੇ, ਜਿਸ ਤਰੀਕੇ ਨਾਲ ਮਰਜ਼ੀ ਦੇਵੇ, ਇਹ ਸਰਕਾਰ ਦੀ ਡਿਊਟੀ ਹੈ। ਗਿਰਦਾਵਰੀਆਂ ਕਰ ਲੈਣ ਉਹ ਵੀ ਗੱਲ ਅਲੱਗ ਹੈ, ਪਰ ਕਣਕ ਦੀ ਫਸਲ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਹਟਿਆ ਕਿ ਇਸ ਤਰੀਕੇ ਦੇ ਨਾਲ ਕੋਈ ਅੰਦਾਜ਼ਾ ਜਿਹੜਾ ਹੈਗਾ ਉਹ ਲਗਾਇਆ ਨਹੀਂ ਜਾ ਸਕਦਾ। ਦੇਖੋ ਇਹ ਕਣਕ ਦੀ ਅੱਜ ਸਥਿਤੀ, ਜਿਹੜੀ ਅੱਜ ਦੀ ਸਥਿਤੀ ਹੈ ਉਹ ਕੀ ਹੈ ਸੁਖਵਿੰਦਰ, ਕਿ ਬੱਲੀਆਂ ਦੇ ਵਿੱਚ ਕਣਕ ਦੇ ਦਾਣੇ ਦੁਬਾਰਾ ਰੀਜਰਮੀਨੇਟ ਕਰ ਰਹੇ, ਇੰਨਾ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਇੰਨੀ ਜ਼ਿਆਦਾ ਮੋਇਸਚਰ ਕੰਟੈਂਟ ਬਣ ਗਿਆ, ਪੂਰੇ ਦਾ ਪੂਰਾ ਪੌਦਾ ਜਿਹੜਾ ਉਹ ਦੁਬਾਰਾ ਸਪਰਾਊਟ ਕਹਿ ਦਿੰਦੇ ਆ ਅਸੀਂ ਉਹਨੂੰ, ਦੁਬਾਰਾ ਫੋਟ ਦੇਣਾ, ਜਿਹੜਾ ਜਦੋਂ ਮੈਚਿਓਰ ਹੋਣ ਤੋਂ ਬਾਅਦ ਵੀ ਦੁਬਾਰਾ ਫੁੱਟਣਾ ਸ਼ੁਰੂ ਹੋ ਜਾਂਦਾ ਪੌਦਾ। ਤਾਂ ਇਹਦੇ ਨਾਲ ਸਾਰੇ ਦਾ ਸਾਰਾ ਮਤਲਬ ਨਾ ਜਿਹੜੀ ਉਹਦੀ ਕੁਆਲਿਟੀ ਹੈ ਉਹ ਕੁਆਲਿਟੀ ਖਤਮ ਹੋ ਜਾਂਦੀ ਹੈ। ਸੋ ਹੁਣ ਜਦੋਂ ਇਹ ਕਣਕ ਮੰਡੀ ਦੇ ਵਿੱਚ ਆਏਗੀ, ਅੱਜ ਦੀ ਗਿਰਦਾਵਰੀ ਜਿਹੜੀ ਹੈ ਇਕੱਲੀ ਉਹ ਇਹ ਤਾਂ ਗੱਲ ਦਾ ਐਸਟੀਮੇਟ ਲਵਾ ਸਕਦੀ ਹੈ ਕਿ ਕਿੰਨੇ % ਕਣਕ ਦੀ ਯੀਲਡ ਦੇ ਵਿੱਚ ਲਾਸ ਹੋ ਗਿਆ। ਮਤਲਬ ਮੰਨ ਲਓ ਕਿ 25 ਕੁਇੰਟਲ ਨਿਕਲਣੀ ਸੀ ਤੇ ਉਹ 18 ਕੁਇੰਟਲ ਤੇ ਰਹਿ ਗਈ ਜਾਂ 17 ਕੁਇੰਟਲ ਤੇ ਰਹਿ ਜੂਗੀ, ਕੋਈ ਅੰਦਾਜ਼ਾ ਇਸ ਗੱਲ ਦਾ ਲੱਗ ਜੂਗਾ ਜਾਂ ਕਿੰਨੀ ਕੁ। ਇਹ ਅਸਲ ਦੇ ਵਿੱਚ ਜਿਹੜਾ ਹੈਗਾ, ਜਿਹੜੀ ਕਣਕ ਦੀ ਕ੍ਰੌਪ ਹੈ, ਇਹ ਜਦੋਂ ਮੰਡੀ ਦੇ ਵਿੱਚ ਜਾਊਗੀ, ਇਹਦਾ ਮੰਡੀਕਰਨ ਹੋਊਗਾ, ਉਸ ਵੇਲੇ ਪੂਰਾ ਅੰਦਾਜ਼ਾ ਲੱਗੂਗਾ ਕਿ ਕਿੰਨਾ ਵੱਡਾ ਨੁਕਸਾਨ ਹੋਇਆ, ਕਿੰਨਾ ਕੁ ਨੁਕਸਾਨ ਹੋਇਆ। ਦੇਖੋ ਜੇ ਤਾਂ ਜਿਹੜੀ ਬਾਕੀ ਬਚਦੀ ਫਸਲ ਹੈ, ਅਗਰ ਉਹ ਮਤਲਬ ਪ੍ਰੋਕਿਉਰਮੈਂਟ ਏਜੰਸੀਜ਼
ਜਿਹੜਾ ਹੈਗਾ ਉਹਨੂੰ ਆਪਣੇ ਪੱਲੇ ਪਾ ਲੈਂਦੀਆਂ ਨੇ, ਔਰ ਉਹ ਵੀ ਅੱਗੇ ਜਾ ਕੇ, ਕਿਉਂਕਿ ਉਹਨਾਂ ਨੇ ਵੀ ਸਟੋਰ ਕਰਨੀ ਹੈ, ਸੰਭਾਲਣੀ ਹੈ, ਜਗ੍ਹਾ ਜਗ੍ਹਾ ਤੇ ਪਹੁੰਚਾਉਣੀ ਹੈ। ਜੇਕਰ ਉਹ ਬਾਰਦਾਨੇ ਦੇ ਵਿੱਚ ਪਈ ਹੋਈ ਮਤਲਬ ਸਮੈਲ ਆਉਣ ਲੱਗ ਗਈ ਜਾਂ ਉਹਨੂੰ ਫੰਗਸ ਲੱਗ ਗਈ ਤਾਂ ਉਹ ਵੀ ਪ੍ਰੋਬਲਮ ਹੋ ਸਕਦੀ ਹੈ। ਸੋ ਇਹਦੇ ਸਟੈਪ ਬਾਏ ਸਟੈਪ ਜਿਹੜੇ ਲਾਸਸ ਜਿਹੜੇ ਹੈਗੇ ਆ ਨਾ, ਉਹ ਅੱਜ ਦੀ ਡੇਟ ਦੇ ਵਿੱਚ ਯਕਦਮ ਕੋਈ ਵੀ, ਚਾਹੇ ਮੰਤਰੀ ਪਹੁੰਚ ਜਾਵੇ, ਚਾਹੇ ਵਿਭਾਗ ਦੇ ਅਧਿਕਾਰੀ ਪਹੁੰਚ ਜਾਣ, ਜਾਂ ਪਟਵਾਰੀ ਪਹੁੰਚ ਜਾਣ, ਸਰਕਾਰ ਨੂੰ ਲੋਕਾਂ ਨੂੰ ਅਸ਼ੋਰੈਂਸ ਦੇਣੀ ਪਊਗੀ ਅੱਜ ਦੀ ਡੇਟ 'ਚ ਕਿ ਅਸੀਂ ਇਹਦੀ ਹਰ ਪੱਧਰ ਤੇ ਕੈਲਕੂਲੇਸ਼ਨ ਕਰਾਂਗੇ। ਕੈਲਕੂਲੇਸ਼ਨ ਕਰਕੇ ਜਿਹੜਾ ਬਣਦਾ ਮੁਆਵਜ਼ਾ, ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਗੱਲ ਕਰ ਹਟਿਆ ਨਾ ਕਿ 36 ਦਾ ਅੰਕੜਾ ਹੋਣ ਕਰਕੇ ਨਾ ਤਾਂ ਕਿਸਾਨਾਂ ਦਾ ਸਰਕਾਰ ਦੇ ਉੱਪਰ ਵਿਸ਼ਵਾਸ ਬਣ ਰਿਹਾ। ਬੇਸ਼ੱਕ ਕਿ ਮੌਜੂਦਾ ਸਰਕਾਰ ਜਿਹੜੀ ਸਾਡੀ ਹੈ ਉਹ ਬੜੇ ਵੱਡੇ ਬਹੁਮਤ ਦੇ ਨਾਲ ਬਣੀ ਹੈ, ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਬਣਾਇਆ, ਪਰ ਫਿਰ ਵੀ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਮਤਲਬ ਜਿਹੜਾ ਹੈ ਨਾ, ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਇਹਨਾਂ ਦੇ ਇੱਕ ਪੂਰੇ 1 ਸਾਲ ਦੇ, ਪਿਛਲੇ ਸਾਲ ਦੇ ਵਿੱਚ ਜੋ ਇਹਨਾਂ ਨੇ ਪਰਫਾਰਮ ਕੀਤਾ ਅਲੱਗ-ਅਲੱਗ ਸਮਿਆਂ ਦੇ ਉੱਪਰ, ਤਾਂ ਉਹ ਜਿਵੇਂ ਕੋਈ ਮਤਲਬ ਨਾ ਵਾਅਦਾ ਖਿਲਾਫੀ ਜੀ ਲੋਕਾਂ ਨੂੰ ਦੇਖ ਰਹੀ ਹੈ ਜਗ੍ਹਾ ਜਗ੍ਹਾ ਦੇ ਉੱਪਰ, ਔਰ ਇਸ ਕਰਕੇ ਕੋਈ ਵਿਸ਼ਵਾਸ ਨਹੀਂ ਬਣ ਰਿਹਾ। ਔਰ ਇੱਥੇ ਸਰਕਾਰ ਨੂੰ, ਮੇਰੇ ਖਿਆਲ ਦੇ ਵਿੱਚ ਤਾਂ ਇਹ ਹੈ ਕਿ ਸਰਕਾਰ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਦੇਣਾ ਪਊਗਾ। ਵਿਸ਼ਵਾਸ ਕਰਨ ਲੋਕ, ਅਸੀਂ ਲੋਕਾਂ ਨੂੰ, ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਕਿਸਾਨਾਂ ਨੂੰ ਸਰਕਾਰ ਦੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ, ਔਰ ਸਰਕਾਰ ਨੂੰ ਜਿਹੜਾ ਹੈਗਾ ਉਹ ਹਰ ਪੱਧਰ ਦੇ ਉੱਪਰ ਇਹਦੀ ਮਤਲਬ ਇਹਦੇ ਤੇ ਪੂਰੀ ਬਾਜ਼ ਅੱਖ ਰੱਖਣੀ ਪਊਗੀ ਕਿ ਕਿਸਾਨ ਦੇ ਕੋਲੇ, ਜਿਸ ਤਰ੍ਹਾਂ ਮੰਨ ਲਓ 10 ਕੁਇੰਟਲ ਕਣਕ ਉਹ ਲੈ ਵੀ ਗਿਆ ਮੰਡੀ ਦੇ ਵਿੱਚ, ਤਾਂ 15 ਕੁਇੰਟਲ ਪਰ ਏਕੜ ਲੈ ਗਿਆ ਮੰਨ ਲਓ, ਤੇ ਜੇ ਉਹ 15 ਕੁਇੰਟਲ ਪਰ ਏਕੜ ਵੀ ਜਿਹੜੀ ਅੱਗੇ ਪ੍ਰੋਕਿਓਰ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਅੱਗੇ ਦੇਖਣਾ ਪਊਗਾ ਨਾ। ਔਰ ਜੇ ਪ੍ਰੋਕਿਓਰਮੈਂਟ ਏਜੰਸੀਆਂ ਵੀ ਅਕਸਰ ਸਾਡੀਆਂ ਹੀ ਨੇ, ਜੇ ਉੱਥੇ ਮਤਲਬ ਉਹਨਾਂ ਨੂੰ ਪ੍ਰੋਕਿਓਰ ਕਰਕੇ ਉਹ ਕਿਸੇ ਕੰਮ ਦੀ ਨਹੀਂ ਰਹੀ ਤਾਂ ਹੋ ਸਕਦਾ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋਵੇ। ਔਰ ਜੇ ਮਤਲਬ ਜਿਹੜੀ ਹੈਗੀ ਹੈ ਕੁਆਲਿਟੀ ਠੀਕ ਬੈਠ ਜਾਂਦੀ ਹੈ, ਕਿਸ ਤਰ੍ਹਾਂ ਠੀਕ ਬੈਠਦੀ ਹੈ, ਡਰਾਈ ਬਹੁਤ ਕਰਨੀ ਪਊਗੀ, ਸੁਕਾਉਣੀ ਬਹੁਤ ਪਊਗੀ, ਬਲਕਿ ਕਿਸਾਨਾਂ ਨੂੰ ਤੇ ਕਿਸਾਨ ਆਰਗੇਨਾਈਜੇਸ਼ਨਾਂ ਨੂੰ, ਸਰਕਾਰ ਨੂੰ, ਖੇਤੀਬਾੜੀ ਵਿਭਾਗ ਨੂੰ ਇਹ ਕਹਿਣਾ ਚਾਹੀਦਾ ਹੈ, ਇਸ ਵੇਲੇ ਇਹ ਹੋਣਾ ਚਾਹੀਦਾ ਸਾਡੇ ਕੋਲੇ, ਜਦੋਂ ਅਸੀਂ ਆਫਤ ਦੇ ਦਿਨਾਂ ਚੋਂ ਲੰਘ ਰਹੇ ਹੋਈਏ ਤਾਂ ਰਲ ਮਿਲ ਕੇ ਸਾਨੂੰ ਇਹ ਕਰਨਾ ਪਊਗਾ। ਕਣਕ ਪੂਰੀ ਤਰ੍ਹਾਂ ਸੁਕਾਉਣੀ ਪਊਗੀ ਪਹਿਲਾਂ ਮੰਡੀ ਦੇ ਵਿੱਚ ਲੈ ਕੇ ਜਾਣ ਵਾਸਤੇ, ਉਹਦੇ ਮਤਲਬ ਉਹਦੀ ਲਿਫਟਿੰਗ ਦੇ ਵਾਸਤੇ ਸਾਨੂੰ ਥੋੜਾ ਸਮਾਂ ਲੱਗ ਸਕਦਾ ਹੈਗਾ। ਸੁਕਾ ਕੇ ਕਣਕ ਭਰੀ ਜਾਵੇ, ਜਿੰਨੀ ਕੋ ਡਿਟੀਰੀਓਰੇਟ ਹੋਈ ਹੈ ਕੁਆਲਿਟੀ ਉਹਦੇ ਮੁਤਾਬਕ ਦੇਖ ਕੇ ਜਿਹੜਾ ਹੈਗਾ ਅੱਗੇ ਵਧਣਾ ਪਊਗਾ। ਸੋ ਮੈਨੂੰ ਲੱਗਦਾ ਇਹ ਲਾਸ ਜਿਹੜਾ ਹੈ ਨਾ, ਇਹ ਡਿਫਰੈਂਟ ਸਟੈਪਸ ਦੇ ਵਿੱਚ ਕੈਲਕੂਲੇਟ ਹੋਊਗਾ। ਯਕਦਮ ਕੋਈ ਪਟਵਾਰੀ ਆ ਕੇ ਜਾਂ ਮੰਤਰੀ ਆ ਕੇ ਧਰਵਾਸਾ ਤਾਂ ਦੇ ਸਕਦੇ ਆ, ਪਰ ਕੈਲਕੂਲੇਸ਼ਨ ਲਾਸ ਦੀ ਜਿਹੜੀ ਹੈ ਉਹ ਇਸ ਤਰ੍ਹਾਂ ਸੰਭਵ ਨਹੀਂ ਹੈ। ਜੀ ਸੁਖਵਿੰਦਰ। ਡਾਕਟਰ ਸਾਹਿਬ, ਇਹਦੇ ਵਿੱਚ ਜਿਹੜਾ ਨੁਕਸਾਨ ਹੋਇਆ, ਵੱਡੀ ਤੇ ਛੋਟੀ ਕਿਸਾਨੀ ਦੀ ਵੀ ਗੱਲ ਆਉਂਦੀ ਹੈ ਕਿ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਦਾ ਜ਼ਿਆਦਾ ਖਿਆਲ ਰੱਖ ਲਿਆ ਜਾਂਦਾ ਹੈ, ਜਾਂ ਉਹ ਮੁਆਵਜ਼ੇ ਨੂੰ ਲੈ ਕੇ ਉਹਦੇ ਵੱਲ ਜ਼ਿਆਦਾ ਦਰਿਆਦਿਲੀ ਹੁੰਦੀ ਹੈ, ਛੋਟੇ ਕਿਸਾਨਾਂ ਨੂੰ ਜ਼ਿਆਦਾ ਮਾਰ ਪਈ ਹੈ, ਜਾਂ ਫਿਰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੇ, ਜਿਨ੍ਹਾਂ ਨੇ ਅੱਗੋਂ ਜ਼ਮੀਨ ਖੇਤ ਠੇਕੇ ਤੇ ਲਈ ਹੁੰਦੀ ਹੈ, ਉਹਨਾਂ ਨੂੰ ਵੀ ਵੱਡੀ ਮਾਰ ਪੈਂਦੀ ਹੈ। ਤਾਂ ਇਹ ਇੱਕ ਆਪਸ ਦੇ ਵਿੱਚ ਇੱਕ ਏਦਾਂ ਲਾ ਲਓ ਕਿ ਕੋਲੈਪਸ ਦੀ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਕਿ ਇਹਦੇ ਵਿੱਚੋਂ ਕਿੱਦਾਂ ਨਿਕਲਿਆ ਜਾਵੇ, ਜੇ ਸਰਕਾਰ ਤੱਕ ਵੀ ਇਹ ਗੱਲ ਪਹੁੰਚਾਉਣੀ ਹੋਵੇ ਕਿ ਕਿਵੇਂ ਸਰਕਾਰ ਉਹਨਾਂ ਛੋਟੇ ਕਿਸਾਨਾਂ ਨੂੰ ਵੀ ਰਾਹਤ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲੈ ਕੇ ਫਸਲ ਬੀਜੀ ਸੀ। ਸੁਖਵਿੰਦਰ, ਗੱਲ ਤਾਂ ਫਿਰ ਸਾਰੀ ਉੱਥੇ ਹੀ ਆਉਂਦੀ ਹੈ ਵੀ ਤੰਦ ਨਹੀਂ ਉਲਝਿਆ ਤਾਣੀ ਉਲਝੀ। ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਤਲਬ ਜਿਹੜਾ ਨਾ, ਜਿਹੜੀ ਅਸੀਂ ਕਿਸਾਨੀ ਦੀ ਤਰਸਯੋਗ ਹਾਲਤ ਦੀ ਗੱਲ ਕਰਦੇ ਹਾਂ ਨਾ, ਇਹ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਛੋਟੀ ਕਿਸਾਨੀ ਹੈ, ਜਿਹੜੀਆਂ ਛੋਟੀਆਂ ਜੋਤਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦਾ ਮਤਲਬ ਜਿਹੜਾ ਹੈ ਜਿਹੜੀ ਆਰਥਿਕਤਾ ਜਿਹੜੀ ਹੈ ਨਾ ਉਹਨਾਂ ਦੀ ਮਾੜੀ ਹੈ। ਜਿਹੜੇ ਵੱਡੇ ਕਿਸਾਨ ਨੇ, ਜਿਹੜੇ, ਕਿਉਂਕਿ ਪੰਜਾਬ ਦੀ ਖੇਤੀ ਜਿਹੜੀ ਹੈ ਉਹ ਟੋਟਲੀ ਮੈਕਨਾਈਜ਼ਡ ਹੋ ਗਈ, ਜਿਹਨੂੰ ਆਪਾਂ ਕੰਪਲੀਟ ਮਸ਼ੀਨੀਕਰਨ ਕਹਿ ਦਿੰਦੇ ਹਾਂ। ਔਰ ਕੰਪਲੀਟ ਮਸ਼ੀਨੀਕਰਨ ਦਾ ਫਾਇਦਾ ਵੱਡੇ ਕਿਸਾਨ ਜਿਹੜੇ ਹੈਗੇ ਉਹ ਪੂਰੀ ਤਰ੍ਹਾਂ ਲੈ ਰਹੇ ਆ। ਸਾਡੀਆਂ ਸਰਕਾਰਾਂ ਨੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਕਦੀ ਵੀ ਇਸ ਗੱਲ ਦੇ ਵਿੱਚ ਮਤਲਬ ਜਿਹੜਾ ਹੈਗਾ ਇਸ ਗੱਲ ਦੇ ਵਿੱਚ ਵਖਰੇਵਾਂ ਬਣਾ ਨਹੀਂ ਸਕੇ, ਜਿਹੜਾ ਬਣਾਉਣ ਦੀ ਜ਼ਰੂਰਤ ਸੀਗੀ ਕਿ ਇੱਕ ਵੱਡੀ ਕਿਸਾਨੀ ਤੇ ਛੋਟੀ ਕਿਸਾਨੀ ਦੇ ਜਿਹੜੀ ਸਰਕਾਰ ਦੁਆਰਾ ਮਿਲਣ ਵਾਲੀਆਂ, ਸਰਕਾਰਾਂ ਦੁਆਰਾ ਜਿਹੜਾ ਹੱਥ ਫੜਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਵਿਸ਼ੇਸ਼ ਹੋਣੀ ਚਾਹੀਦੀ ਹੈ ਛੋਟੀ ਕਿਸਾਨੀ ਵਾਸਤੇ। ਬੇਸ਼ੱਕ ਸਮੇਂ-ਸਮੇਂ ਤੇ ਸਾਨੂੰ ਇਹ ਜਿਹੀਆਂ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਕਿ ਕਿਸਾਨ ਹੈਲਪ ਗਰੁੱਪ ਬਣਾਏ ਹੋਏ ਆ ਜੀ, ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਵੱਡੀ ਮਸ਼ੀਨਰੀ ਪ੍ਰੋਵਾਈਡ ਕਰਵਾਤੀ ਹੈ ਜੀ, ਪਰ ਇਹ ਸਾਰੀਆਂ ਗੱਲਾਂ ਛੋਟੇ-ਮੋਟੇ ਲੈਵਲ ਤੇ ਕਿਸਾਨ ਨੂੰ ਰਾਹਤ ਦਿੰਦੀਆਂ, ਪਰ ਛੋਟੀ ਕਿਸਾਨੀ ਨੂੰ ਰਾਹਤ ਨਹੀਂ ਮਿਲਦੀ। ਔਰ ਤੁਸੀਂ ਛੋਟੀ ਜੀ ਗੱਲ ਤੋਂ ਲਾ ਲਓ ਕਿ ਮੋਟਰਾਂ ਦੇ ਬਿੱਲ ਮਾਫ ਨੇ, ਬਿਜਲੀ ਫ੍ਰੀ ਹੈਗੀ ਹੈ,
ਹੁਣ ਬਿਜਲੀ ਫ੍ਰੀ, ਇੱਕ ਕਿਸਾਨ ਜਿਹੜਾ ਹੈਗਾ ਉਹਦੇ 10 ਮੋਟਰਾਂ ਨੇ, ਇੱਕ ਕਿਸਾਨ ਦੇ 1 ਮੋਟਰ ਹੈਗੀ ਹੈ। ਹੁਣ 10 ਮੋਟਰਾਂ ਦਾ ਵੀ ਬਿੱਲ ਮਾਫ ਹੈ, 1 ਮੋਟਰ ਦਾ ਵੀ ਬਿੱਲ ਮਾਫ ਹੈ। ਠੀਕ ਹੈ, ਹੁਣ 11 ਮੋਟਰਾਂ ਦਾ ਬਿੱਲ ਮਾਫ ਕਰਕੇ ਸਰਕਾਰ ਜਿਹੜਾ ਹੈਗਾ ਕਿੰਨਾ ਵੱਡਾ, ਸਰਕਾਰ ਨੇ ਤਾਂ 11 ਮੋਟਰਾਂ ਦਾ ਬਿੱਲ ਮਾਫ ਕਰ ਦਿੱਤਾ। ਠੀਕ ਹੈ, ਪਰ ਉਹ 11 ਜਿਹੜੀਆਂ ਹੈਗੀਆਂ ਇੱਕ ਘਰ ਦੇ ਵਿੱਚ 10 ਨੇ ਔਰ ਇੱਕ ਕਿਸਾਨ ਕੋਲੇ 1 ਹੈਗੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਪਿਛਲੇ ਸਮਿਆਂ ਦੇ ਵਿੱਚ, ਜਿਹੜਾ ਮੈਂ ਕਿਹਾ ਤੰਦ ਨਹੀਂ ਤਾਣੀ ਉਲਝੀ ਹੈ, ਇਹਦਾ ਕਾਰਨ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਸੀਗੀ ਰਵਾਇਤੀ ਪੋਲਿਟਿਕਸ, ਉਹਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਵੀ ਸਮਝਦੇ ਆ, ਸਾਰੇ ਸੁਹਿਰਦ ਲੋਕ, ਬੁੱਧੀਜੀਵੀ ਲੋਕ ਵੀ ਇਸ ਗੱਲ ਨੂੰ ਸਮਝਦੇ ਆ ਕਿ ਉਹ ਪੋਲਿਟਿਕਸ ਜਿਹੜੀ ਹੈ ਨਾ, ਉਹ ਕਿਤੇ ਨਾ ਕਿਤੇ ਉਬੜ ਖੁਬੜ ਰਸਤਿਆਂ ਦੇ ਵਿੱਚ ਗਈ ਹੈ ਆਪਣੇ ਨਿੱਜੀ ਮਫਾਦਾਂ ਦੀ ਖਾਤਰ। ਉਹਨਾਂ ਦੇ ਵਿੱਚ ਵੀ ਬੜੇ ਵੱਡੇ ਵੱਡੇ ਧਨਾੜ ਕਿਸਾਨ ਵੀ ਬੈਠੇ ਹੁੰਦੇ ਸੀਗੇ, ਕੁਝ ਹੋਰ ਵੀ ਕਈ ਤਰ੍ਹਾਂ ਦੀਆਂ ਤਸਵੀਰਾਂ ਉਹਦੀਆਂ ਲੋਕਾਂ ਦੇ ਸਾਹਮਣੇ ਸੀਗੀਆਂ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਲੋਕਾਂ ਨੇ ਬਦਲਾਅ ਲੈ ਕੇ ਆਂਦਾ, ਜਦੋਂ ਲੋਕਾਂ ਨੇ ਆਪਦੀ ਇੱਛਾ ਦੀ ਤਬਦੀਲੀ ਕਰ ਲਈ, ਫਿਰ ਕਿਉਂ ਨਹੀਂ ਅਸੀਂ ਸਹੀ ਦਿਸ਼ਾ ਦੇ ਵਿੱਚ ਵੱਧ ਰਹੇ? ਅੱਜ ਦੀਆਂ ਜਿਹੜੀਆਂ ਗਿਰਦਾਵਰੀਆਂ ਨੇ, ਅੱਜ ਜਿਹੜਾ ਸਾਡਾ ਮਤਲਬ ਅੱਜ ਦੀ ਜਿਹੜੀ, ਹੁਣ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਕੇ ਹਟਿਆ ਕਿ ਇੱਕ ਐਗਰੀਕਲਚਰ ਦੇ ਉੱਪਰ ਪਾਲਿਸੀ ਸਟੇਟ ਗਵਰਨਮੈਂਟ ਤਿਆਰ ਕਰ ਰਹੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਵੀ ਕਿਤੇ ਜਿਹੜਾ ਹੈਗਾ, ਜਿਹੜੀਆਂ 2-4 ਅਹਿਮ ਗੱਲਾਂ ਜਿਹੜੀਆਂ ਵੱਡੇ ਲੈਵਲ ਤੇ ਸਾਨੂੰ ਵਿਚਾਰਨੀਆਂ ਚਾਹੀਦੀਆਂ ਸੀ, ਔਰ ਜਿਨ੍ਹਾਂ ਦਾ ਸਿੱਧਾ ਫਾਇਦਾ ਜਿਹੜਾ ਹੈਗਾ ਛੋਟੇ ਕਿਸਾਨਾਂ ਨੂੰ ਹੋਵੇ, ਔਰ ਵੱਡੇ ਕਿਸਾਨਾਂ ਨੂੰ ਕੋਈ ਐਡੀ ਰਾਹਤ ਦੀ ਮੈਂ ਸਮਝਦਾ ਕਿ ਇੰਨੀ ਵੱਡੀ ਰਾਹਤ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੀ ਛੋਟੇ ਕਿਸਾਨ ਨੂੰ ਹੁੰਦੀ ਹੈ। ਸੋ ਸਾਡੀਆਂ ਰਾਹਤਾਂ ਜਿਹੜੀਆਂ ਹੈਗੀਆਂ, ਸਾਡਾ ਜਿਹੜਾ ਸਰਕਾਰ ਨੇ ਕਿਸਾਨ ਦੀ ਬਾਹ ਫੜਨੀ ਹੈ, ਉਹਦਾ ਤਰੀਕਾ ਤਾਂ ਸਹੀ ਹੋਵੇ ਨਾ, ਵਾਜਬ ਹੋਵੇ। ਔਰ ਕਿੱਡੀ ਕੁ ਵੱਡੀ ਸਟੇਟ ਹੈ, ਮੇਰੇ ਖਿਆਲ ਦੇ ਵਿੱਚ ਜੇਕਰ ਇਮਾਨਦਾਰੀ ਦੇ ਨਾਲ ਜਿਹੜਾ ਜੇ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਕੈਲਕੂਲੇਟਡ ਹੈ, ਸਾਰੇ ਡਾਟੇ ਮਾਹਰਾਂ ਦੇ ਕੋਲੇ ਪਏ ਨੇ। ਕਿਸ ਤਰ੍ਹਾਂ ਛੋਟੇ ਛੋਟੇ ਕਿਸਾਨਾਂ ਦੇ ਨੂੰ ਮਤਲਬ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਰਾਹਤ ਦੀ ਲੋੜ ਹੈ, ਪੂਰਾ ਸਾਰਾ ਕੁਝ ਸਭ ਕੁਝ ਅਵੇਲੇਬਲ ਹੈ। ਇੱਕ ਸਿਰਫ ਜਿਹੜੀ ਕਿਸੇ ਵੀ ਸਰਕਾਰ ਦੀ ਨੀਅਤ ਦੀ ਲੋੜ ਹੈ, ਜਿਹਨੂੰ ਕਿਸਾਨ ਬੜੀ ਦੇਰ ਤੋਂ ਉਡੀਕ ਰਿਹਾ, ਕਿ ਉਹ ਨੀਅਤ ਜਿਹੜੀ ਸਾਫ਼ ਨੀਅਤ ਅਗਰ ਆ ਜਾਵੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਛੋਟੇ ਕਿਸਾਨ ਦੀ ਬਾਹ ਫੜਨੀ ਪਊਗੀ ਸਾਨੂੰ। ਇਸ ਮੌਜੂਦਾ ਪੈਟਰਨ ਦੇ ਵਿੱਚੋਂ ਨਿਕਲਣ ਵਾਸਤੇ, ਜਿਹੜਾ ਮੌਜੂਦਾ ਕਣਕ ਝੋਨੇ ਦੀ ਜਿਹੜੀ ਖੇਤੀ ਦਾ ਪੈਟਰਨ ਬਣਿਆ ਹੋਇਆ, ਇਹਦੇ ਵਿੱਚੋਂ ਵੀ ਨਿਕਲਣ ਵਾਸਤੇ ਛੋਟੇ ਕਿਸਾਨ ਦਾ ਹੀ ਹੱਥ ਫੜਨਾ ਪੈਣਾ, ਫੇਰ ਹੀ ਇਹਦੇ ਚੋਂ ਨਿਕਲ ਸਕਾਂਗੇ। ਔਰ ਅਜਿਹੇ ਮੁਆਵਜ਼ਿਆਂ ਦੇ ਸਮੇਂ ਤੇ, ਆਫਤਾਂ ਦੇ ਸਮੇਂ ਤੇ ਵੀ ਸਰਕਾਰ ਦੀ ਤਿਆਰੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਏਗੀ, ਸਰਕਾਰ ਨੂੰ ਵੀ ਫਾਇਦਾ ਰਹੇਗਾ, ਸਰਕਾਰ ਸਮਰੱਥ ਵੀ ਹੋ ਜਾਏਗੀ ਕਿਸਾਨ ਨੂੰ ਰਾਹਤ ਦੇਣ ਵਾਸਤੇ। ਔਰ ਵੱਡੇ ਬਜਟਾਂ ਦੀ ਬਜਾਏ ਜਿਹੜਾ ਹੈਗਾ ਛੋਟੇ ਬਜਟਾਂ ਦੇ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀ ਜਿਹੜੀ ਹੈ ਤਸੱਲੀ ਵੀ ਕਰਵਾਈ ਜਾ ਸਕਦੀ ਹੈ। ਇਹਨਾਂ ਸਾਰੀਆਂ ਗੱਲਾਂ ਦੀ ਲੋੜ ਹੈ ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਮੈਂ ਜਿਵੇਂ ਤੁਸੀਂ ਕਿਹਾ ਕਿ ਵੱਡੇ ਤੇ ਛੋਟੇ ਕਿਸਾਨ ਮਤਲਬ ਕਿ ਉਹ ਵੱਡੇ ਜ਼ਿਆਦਾ ਲਾਹਾ ਲੈ ਜਾਂਦੇ ਨੇ, ਛੋਟਿਆਂ ਨੂੰ ਘੱਟ ਮਿਲਦਾ ਆ। ਜਦੋਂ ਅਸੀਂ ਵੱਡੇ ਕਿਸਾਨਾਂ ਨਾਲ ਗੱਲ ਕਰੀਦੀ, ਉਹਨਾਂ ਅੱਗੇ ਸਵਾਲ ਚੁੱਕੀਦੇ ਨੇ, ਤਾਂ ਉਹਨਾਂ ਦਾ ਅੱਗੋਂ ਜਵਾਬ ਹੁੰਦਾ ਹੈ ਕਿ ਵੱਡੇ ਕਿਸਾਨਾਂ ਨੂੰ ਫਿਰ ਵੱਡੀ ਮਾਰ ਪੈਂਦੀ ਹੈ। ਜੇ ਕੁਦਰਤੀ ਆਫਤ ਆਈ ਹੈ, ਜਿਹਦੇ ਕੋਲ 5-4 ਕਿੱਲੇ, ਉਹਨੂੰ ਉਸ ਹਿਸਾਬ ਨਾਲ ਮਾਰ ਪੈਣੀ ਹੈ। ਜਿਹਦੇ ਕੋਲ 50 ਕਿੱਲੇ ਨੇ, ਉਹਨੂੰ ਉਸ ਤਰੀਕੇ ਦੀ ਬਹੁਤ ਵੱਡੀ ਮਾਰ ਪੈ ਜਾਣੀ ਹੈ। ਉਹ ਆਪਣੇ ਤਰਕ ਦਿੰਦੇ ਨੇ। ਦੂਜਾ ਇਹ ਹੈ ਕਿ ਜਿਵੇਂ ਖੇਤੀ ਪਾਲਿਸੀ ਦੀ ਤੁਸੀਂ ਗੱਲ ਕੀਤੀ, ਤੁਸੀਂ ਕਿਹਾ ਕਿ 2-3 ਇਹੋ ਜਿਹੀਆਂ ਗੱਲਾਂ ਨੇ ਜਿਹਦਾ ਧਿਆਨ ਰੱਖਣਾ ਪੈਣਾ। ਮੈਂ ਚਾਹਾਂਗਾ ਕਿ ਤੁਸੀਂ ਉਹ 2-3 ਪੁਆਇੰਟ ਜੇ ਉਹ ਦੱਸ ਦਿਓ, ਇਹਦੇ ਵਿੱਚ ਕਲੀਅਰ ਕਰ ਦਿਓ ਕਿ ਕਿਹਨਾਂ ਦਾ ਧਿਆਨ ਰੱਖਣਾ ਪੈਣਾ। ਕਿਉਂਕਿ ਅਖਬਾਰਾਂ 'ਚ ਤਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਕਿ ਸਰਕਾਰ ਸ਼ਾਇਦ ਜਿਹੜੀ ਉਹ ਸਬਸਿਡੀ ਖੇਤੀ ਦੇ ਉੱਤੇ ਆ ਮੋਟਰਾਂ ਤੇ ਬਿਜਲੀ ਕਨੈਕਸ਼ਨਾਂ ਨੂੰ ਲੈ ਕੇ, ਜਾਂ ਜਿਹੜੇ ਬਿਜਲੀ ਦੇ ਮੀਟਰ ਨੇ ਇਹਨਾਂ ਨੂੰ ਲੈ ਕੇ ਆ, ਉਹਦੇ ਉੱਤੇ ਸਰਕਾਰ ਸ਼ਾਇਦ ਕੋਈ ਕੰਮ ਕਰਨਾ ਚਾਹੁੰਦੀ ਹੈ। ਪਰ ਨਾਲੋਂ ਨਾਲ ਇਹ ਬਿਆਨ ਆ ਜਾਂਦਾ ਕਿ ਨਹੀਂ, ਕਿਸਾਨਾਂ ਨੂੰ ਨਾਰਾਜ਼, ਵੱਡੇ ਕਿਸਾਨਾਂ ਨੂੰ ਵੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਹਦੇ ਤੋਂ ਬੈਕਫੁੱਟ ਵੀ ਨਜ਼ਰ ਆਉਂਦੀ ਹੈ, ਮਤਲਬ ਕਿ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਕੰਮ ਹੋਇਆ ਪਿਆ। ਇੱਥੇ ਕੋਈ ਪੁਖਤਾ ਫੈਸਲਾ ਲੈਣ ਤੋਂ ਹਰ ਸਰਕਾਰ ਡਰਦੀ ਹੈ। ਤੇ ਇਹਦੇ ਬਾਰੇ ਮੈਂ ਚਾਹਾਂਗਾ ਕਿ ਥੋੜੀ ਜਿਹੀ ਇਹ ਗੱਲ ਕਲੀਅਰ ਕਰਿਓ। ਇੱਕ ਤਾਂ ਵੱਡੇ ਛੋਟੇ ਕਿਸਾਨਾਂ ਦੀ ਮਾਰ ਦੇ ਅੰਤਰ ਦੇ ਵਿੱਚ, ਤੇ ਦੂਜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਖੇਤੀ ਨੀਤੀ ਦੇ ਵਿੱਚ 2-4 ਗੱਲਾਂ ਜਿਹੜੀਆਂ ਤੁਸੀਂ ਦੱਸਣੀਆਂ ਚਾਹੁੰਦੇ ਹੋ, ਉਹ ਐਡ ਕਰ ਦਿਓ ਜੀ। ਸੁਖਵਿੰਦਰ ਪਹਿਲਾਂ ਤਾਂ ਜਿਹੜਾ ਹੈਗਾ ਨਾ, ਵੱਡੀਆਂ ਜੋਤਾਂ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ, ਵੱਡੀ ਕਿਸਾਨੀ ਤੋਂ ਭਾਵ ਤਾਂ ਇਹੀ ਹੈ। ਦੇਖੋ, ਇੱਕ ਤਾਂ ਕਿਸਾਨੀ ਉਹ ਵੀ ਵੱਡੀ ਹੁੰਦੀ ਹੈ ਜਿਹੜੇ ਲੋਕ ਜ਼ਿਆਦਾਤਰ ਠੇਕੇ ਤੇ ਜ਼ਮੀਨ ਲੈ ਕੇ ਮਤਲਬ ਜਿਹੜਾ ਹੈਗਾ ਉਹ ਆਪਣੀ ਖੇਤੀ ਵਧਾ ਲੈਂਦੇ ਨੇ। ਖੁਦ ਮਾਲਕ ਖੁਦ 5 ਏਕੜ ਦਾ 25-30 ਏਕੜ ਉਹਨੇ ਠੇਕੇ ਤੇ ਲਈ ਹੋਈ ਹੈ, ਤੇ ਉਹ ਮਤਲਬ ਕੋਈ 50-60 ਏਕੜ ਦੇ ਵਿੱਚ ਖੇਤੀ ਕਰ ਰਿਹਾ ਹੈ, ਤਾਂ ਉਹ ਵੱਡਾ ਕਿਸਾਨ ਤਾਂ ਹੋ ਨਹੀਂ ਗਿਆ। ਹੁਣ ਇੱਕ ਕਿਸਾਨ ਉਹ ਨੇ ਜਿਨ੍ਹਾਂ ਦੇ ਕੋਲੇ 100-100, 150-150 ਏਕੜ ਜ਼ਮੀਨ ਹੈ, ਤੇ ਇਸ ਤੋਂ ਵੀ ਜ਼ਿਆਦਾ ਬਹੁਤ ਵੱਡੇ ਕਿਸਾਨ ਵੀ ਹੈਗੇ ਨੇ। ਸੋ ਪਹਿਲਾਂ ਤਾਂ ਸਾਨੂੰ ਮਤਲਬ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੇ ਅਸਮਰੱਥ ਰਹੇ ਹਾਂ। ਬੇਸ਼ੱਕ ਕਿਸੇ ਵੇਲੇ ਸਟੈਂਡਰਡ ਏਕੜ ਕਾਨੂੰਨ ਵੀ ਸੀਗੇ, ਲਾਗੂ ਵੀ ਹੋਏ ਨੇ, ਕਾਗਜ਼ਾਂ ਦੇ ਵਿੱਚ ਹੈਗੇ ਵੀ ਨੇ, ਪਰ ਕਿਤੇ ਵੀ ਪੰਜਾਬ ਦੇ ਵਿੱਚ ਇਹ ਪ੍ਰਕਿਰਿਆ ਜਿਹੜੀ ਹੈ
ਇਹ ਕਦੇ ਵੀ ਧਰਾਤਲ ਤੱਕ ਨਹੀਂ ਪਹੁੰਚ ਸਕੀ ਕਿ ਮਤਲਬ ਜਿਹੜੇ ਵੱਡੇ ਕਿਸਾਨ ਹੈਗੇ ਨੇ ਔਰ ਛੋਟੇ ਕਿਸਾਨ ਜਿਹੜੇ ਮਾਰਜਨਲ ਕਿਸਾਨ ਔਰ ਬਿਲਕੁਲ ਛੋਟੇ ਕਿਸਾਨ ਹੈ ਜਿਹੜੇ, ਉਹਨਾਂ ਨੂੰ ਕਿਤੇ ਮਤਲਬ ਜਿਹੜੀ ਉਹਨਾਂ ਦੀ ਸੈਗਰੀਗੇਸ਼ਨ ਪ੍ਰੋਪਰ ਕਰ ਲਈ ਜਾਵੇ ਔਰ ਸਕੀਮਾਂ ਦਾ ਲਾਹਾ ਉਹ ਪੂਰਾ ਲੈ ਲੈਣ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਤਲਬ ਕਿਸਾਨ ਵੱਡਾ, ਦੇਖੋ ਜਿਹੜੀ ਰਾਹਤ ਹੁੰਦੀ ਹੈ, ਰਾਹਤ ਤਾਂ ਮਤਲਬ ਇਸ ਵਾਸਤੇ ਹੁੰਦੀ ਹੈ ਕਿ ਫਸਲ ਦੇ ਖਰਾਬੇ ਦੇ ਨਾਲ, ਫਸਲ ਖਰਾਬ ਹੋ ਜਾਣ ਦੇ ਨਾਲ ਮਤਲਬ ਜਿਹੜਾ ਪਰਿਵਾਰ ਉਹਦੇ ਤੇ ਪਲ ਰਿਹਾ ਉਹਨਾਂ ਨੂੰ ਕੋਈ ਔਕੜਾਂ ਮੁਸ਼ਕਲਾਂ ਨਾ ਹੋਣ, ਕੋਈ ਮਤਲਬ ਕੋਈ ਕੱਲ ਨੂੰ ਇਲਾਜ ਕਰਾਉਣਾ ਉਹਦੀ ਦਿੱਕਤ ਨਾ ਆਵੇ, ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਾ ਰਹਿ ਜਾਣ, ਸਾਰੇ ਸਾਲ ਦਾ ਅਗਲੀ ਖੇਤੀ ਦਾ ਪ੍ਰਬੰਧ ਜਿਹੜਾ ਅਗਲੇ ਖਰਚੇ ਆ ਉਹਨਾਂ 'ਚ ਪ੍ਰੋਬਲਮ ਨਾ ਆ ਜਾਵੇ। ਹੁਣ ਜੇਕਰ ਵੱਡਾ ਕਿਸਾਨ ਇਹ ਗੱਲ ਕਹਿੰਦਾ ਜੀ ਸਾਨੂੰ ਵੱਡੀ ਮਾਰ ਪੈਂਦੀ ਹੈ, ਤਾਂ ਵੱਡੀ ਮਾਰ ਤਾਂ ਮਤਲਬ ਜਿਹੜੀ ਹੈਗੀ ਹੈ, ਦੇਖੋ ਇੱਕ ਕਿਸਾਨ ਇੱਕ ਹੈ, ਪਰਿਵਾਰ ਇੱਕ ਹੈਗਾ, ਠੀਕ ਹੈ ਨਾ। ਹੁਣ ਉਹਨੇ ਹੀ ਏਕੜ ਦੇ ਵਿੱਚ 25 ਪਰਿਵਾਰ ਆ ਗਏ ਛੋਟੇ ਕਿਸਾਨਾਂ ਦੇ, ਔਰ ਉਹਨੇ ਦੇ ਵਿੱਚ ਇੱਕ ਪਰਿਵਾਰ ਆਇਆ, ਤਾਂ ਹੁਣ 25 ਪਰਿਵਾਰਾਂ ਨੇ ਜਿਨ੍ਹਾਂ ਨੇ ਪਾਲਣਾ ਹੈ, ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ 25 ਦੇ 25 ਪਰਿਵਾਰ ਜਿਹੜੇ ਹੈਗੇ ਆ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ, ਉਹਨਾਂ ਦੇ ਰੋਜ਼ਾਨਾ ਦੇ ਖਰਚੇ, ਉਹਨਾਂ ਦੀ ਅਗਲੀ ਫਸਲ ਦੇ ਖਰਚੇ, ਉਹ ਮਤਲਬ ਵੱਡੇ ਪੱਧਰ ਦੇ ਉੱਤੇ ਮਤਲਬ ਮਾਰ ਪੈ ਜਾਂਦੀ ਹੈ ਉਹਨਾਂ ਨੂੰ। ਤੇ ਦੂਸਰੇ ਪਾਸੇ ਵੱਡੀ ਜੋਤ ਵਾਲੇ ਕਿਸਾਨ ਦਾ ਠੀਕ ਹੈ, ਉਹਨਾਂ ਦਾ ਆਪਣਾ ਹੱਕ ਹੈ, ਉਹ ਗੱਲ ਕਹਿ ਸਕਦੇ ਆ, ਕਹਿਣ, ਪਰ ਇਹਦੇ ਪਿੱਛੇ ਕਾਰਨ ਤਾਂ ਜਿਹੜਾ ਨਾ ਸਪਸ਼ਟ ਹੈ ਸੁਖਵਿੰਦਰ, ਕਿਉਂਕਿ ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹ ਵੱਡੇ ਕਿਸਾਨਾਂ ਨੇ ਮਤਲਬ ਬੁੱਕਲ ਦੇ ਵਿੱਚ ਲਈ ਹੋਈ ਹੈ, ਔਰ ਜਿਹੜਾ ਰਾਜ ਪ੍ਰਬੰਧ ਹੈ ਉਹ ਵੀ ਹਮੇਸ਼ਾ ਮਤਲਬ ਵੱਡੇ ਕਿਸਾਨਾਂ ਦੇ ਕਬਜ਼ੇ 'ਚ ਹੀ ਰਿਹਾ ਹੈ। ਔਰ ਉਹ ਮਤਲਬ ਕਿਵੇਂ ਵੀ ਕਹਿਣ, ਠੀਕ ਹੈ, ਤਰਕ ਦੇ ਆਧਾਰ ਤੇ ਗੱਲ, ਜੇ ਤਾਂ ਸਾਂਝੇ ਪਲੇਟਫਾਰਮ ਤੇ ਕਿਤੇ ਬੈਠ ਕੇ ਤਰਕ ਦੇ ਆਧਾਰ ਤੇ ਗੱਲ ਹੋਵੇ ਤਾਂ ਉਹਨਾਂ ਨੂੰ ਕਨਵਿੰਸ ਵੀ ਕਰਵਾ ਦਈਏ, ਪਰ ਗੱਲ ਕੀ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੱਡੇ ਵੱਡੇ ਕਿਸਾਨ ਜਿਹੜੇ ਹੈ ਉਹਨਾਂ ਦੇ ਹੀ ਕਬਜ਼ੇ ਨੇ। ਈਵਨ ਇੱਥੋਂ ਤੱਕ ਕਿ ਕਿਸਾਨ ਆਰਗੇਨਾਈਜੇਸ਼ਨਾਂ ਦੇ ਵਿੱਚ ਵੀ ਇਹੀ ਕੁਝ ਦਿਸਦਾ। ਸੋ ਇਹ ਸੱਚੀਆਂ ਗੱਲਾਂ ਹੈ ਜਿਹੜੀਆਂ ਸਾਨੂੰ ਕਰਨੀਆਂ ਤੇ ਸਮਝਣੀਆਂ ਪੈਣਗੀਆਂ, ਜੇ ਤਾਂ ਅਸੀਂ ਇਮਾਨਦਾਰੀ ਨਾਲ ਗੱਲ ਪੰਜਾਬ ਦੀ ਕਰਦੇ ਹਾਂ, ਪੂਰੇ ਪੰਜਾਬ ਦੀ ਕਿਸਾਨੀ ਦੀ ਕਰਦੇ ਹਾਂ, ਕਿਸਾਨ ਦੀ ਮਤਲਬ ਕਿਸਾਨ ਦੀ ਪੀੜਾ ਦੀ ਗੱਲ ਕਰਦੇ ਹਾਂ, ਫਿਰ ਤਾਂ ਸਾਨੂੰ ਇਮਾਨਦਾਰੀ ਨਾਲ ਇਹ ਸਾਰੀਆਂ ਗੱਲਾਂ ਅੱਗੇ ਲੈ ਕੇ ਆਉਣੀਆਂ ਪੈਣਗੀਆਂ। ਤੇ ਜੇਕਰ ਅਸੀਂ ਮਤਲਬ ਜਿਹੜਾ ਹੈਗਾ ਕਿ ਇਕੱਲਾ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਜਾਂ ਮੇਰੇ ਨਾਲ ਉਹ ਨਾ ਗੁੱਸੇ ਹੋ ਜੇ, ਉਹ ਨਾ ਨਾਰਾਜ਼ ਹੋ ਜੇ, ਫਿਰ ਗੱਲਾਂ ਅਲੱਗ ਹੈ। ਤੁਸੀਂ ਦੇਖ ਲਓ ਪੂਰੇ ਪੰਜਾਬ ਦਾ ਢਾਂਚਾ ਜਿਹੜਾ ਹੈਗਾ ਰਾਜਨੀਤਿਕ ਪਾਰਟੀਆਂ ਦਾ ਦੇਖ ਲਓ ਤੇ ਕਿਸਾਨ ਆਰਗੇਨਾਈਜੇਸ਼ਨਸ ਦਾ ਦੇਖ ਲਓ। ਕਿਸਾਨ ਆਰਗੇਨਾਈਜੇਸ਼ਨਸ ਦੇ ਵਿੱਚ ਵੀ ਜਿਹੜੇ ਮਤਲਬ ਉੱਪਰਲੀ ਪੱਧਰ ਦੇ ਜਿਹੜੇ ਮੈਨੇਜਮੈਂਟ ਦੇ ਵਿੱਚ, ਕਿਸੇ ਆਰਗੇਨਾਈਜੇਸ਼ਨ ਦੀ ਮੈਨੇਜਮੈਂਟ ਦੇ ਵਿੱਚ ਬੈਠੇ ਹੋਏ ਲੋਕ ਹੈ ਜਿਹੜੇ, ਉਹਨਾਂ ਦੇ ਵਿੱਚ ਮੈਂ ਜ਼ਿਆਦਾ ਨਹੀਂ ਕਹਿੰਦਾ, 80% ਲੋਕ ਜਿਹੜੇ ਹੈਗੇ ਆ ਉਹਨਾਂ ਦੇ ਆੜਤਾਂ ਦੇ ਬਿਜ਼ਨਸ, ਉਹਨਾਂ ਦੇ ਸ਼ੈਲਰ ਲੱਗੇ ਹੋਏ ਨੇ ਔਰ ਵੱਡੇ ਕਿਸਾਨ ਨੇ ਉਹ, ਠੀਕ ਹੈ। ਇਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਦੇਖ ਲਓ। ਸੋ ਆ ਜਿਹੜਾ ਹੁਣ ਤਾਂ ਹੀ ਤਾਂ ਇਹ ਉਮੀਦ ਕਰਦੇ ਆ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਲੈ ਕੇ ਗਏ ਸੀਗੇ, ਇੱਕ ਨਵਾਂ ਬਦਲਾਅ ਆਇਆ ਸੀ, ਇਹ ਆਮ ਘਰਾਂ ਦੇ ਧੀਆਂ ਪੁੱਤ ਗਏ ਸੀ, ਇਹਨਾਂ ਦੇ ਵਿੱਚ ਨਹੀਂ ਹੈਗਾ ਸੀ ਉਹ। ਔਰ ਇਹ ਜੇ ਇੱਥੇ ਹੁਣ ਇੰਪਲੀਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਨਜ਼ਰ ਆਉਂਦੀ ਹੈ। ਮੈਂ ਕਹਿੰਦਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੂਰਾ ਸਾਥ ਮਿਲਣਾ ਚਾਹੀਦਾ ਇਸ ਸਰਕਾਰ ਨੂੰ, ਔਰ ਲੋਕਾਂ ਨੂੰ, ਛੋਟੇ ਕਿਸਾਨ ਨੂੰ ਸਾਥ ਦੇਣਾ ਚਾਹੀਦਾ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ, ਜਿਹੜੀ ਅਸੀਂ ਅਕਸਰ ਸ਼ੰਕਾ ਜਿਹੜਾ ਹੋ ਰਿਹਾ ਹੈ ਜਾਂ ਜਿਹੜੀ ਮਤਲਬ ਆ ਰਹੀ ਹੈ, ਸਮੈਲ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਸਹੀ ਦਿਸ਼ਾ ਦੇ ਵਿੱਚ ਸਟੈਪ ਪੁੱਟੇ ਨਹੀਂ ਜਾ ਰਹੇ। ਜੇ ਸਹੀ ਦਿਸ਼ਾ ਦੇ ਵਿੱਚ ਪੁੱਟੇ ਜਾਂਦੇ ਤਾਂ 1 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ। ਹੁਣ ਤੱਕ ਬਹੁਤ ਵੱਡੀਆਂ ਤਬਦੀਲੀਆਂ ਆ ਸਕਦੀਆਂ ਸੀ। ਛੋਟੀ ਜੀ ਸਟੇਟ ਹੈ, ਛੋਟੇ ਜਿਹੇ ਮਸਲੇ ਹੀ ਹੱਲ ਕਰਨ ਦੀ ਲੋੜ ਹੈ। ਮੈਂ ਨਾਲ ਹੀ ਗੱਲ ਕਰਦੇ ਮੈਂ ਤੁਹਾਡਾ ਸਵਾਲ ਦਾ ਦੂਜਾ ਪਾਰਟ ਹੈ ਜਿਹੜਾ ਕਿ ਤੁਸੀਂ ਕਹਿ ਰਹੇ ਹੋ ਜਾਂ ਮੈਂ ਜ਼ਿਕਰ ਕੀਤਾ ਸੀਗਾ ਕਿ ਕੁਝ ਅਹਿਮ ਗੱਲਾਂ ਨੇ ਜਿਨ੍ਹਾਂ ਦੇ ਵੱਲ ਮਤਲਬ ਤਵੱਜੋ ਦੇਣ ਦੀ ਲੋੜ ਆ। ਉਹ ਥੋੜੀਆਂ ਹੀ ਗੱਲਾਂ ਨੇ, ਛੋਟੇ ਨੁਕਤੇ ਨੇ, ਔਰ ਪਤਾ ਨਹੀਂ ਕਿਉਂ ਉਹ ਕਿਤੇ ਵੀ ਕਿੱਥੇ ਅੜੇ ਖੜੇ ਨੇ। ਸਭ ਤੋਂ ਪਹਿਲਾ ਨੁਕਤਾ ਤਾਂ ਸੁਖਵਿੰਦਰ ਇਹ ਸੀਗਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮਾਹਰਾਂ ਨੇ ਵੀ ਔਰ ਪੂਰਾ ਜਿਹੜਾ ਨਾ, ਜਿਹੜੀ ਅੱਜ ਦੀ ਖੇਤੀ ਹੈ, ਅੱਜ ਦੀ ਖੇਤੀ ਦੇ ਵਿੱਚ ਜਿਹੜੀ ਅਸੀਂ ਇਹ ਤੋਂ ਪਹਿਲਾਂ ਜਿਹੜੀ ਖੇਤੀ ਕੀਤੀ ਆ ਪਿਛਲੇ ਲੰਬੇ ਸਮੇਂ ਤੋਂ, ਜਿਹਦੇ ਵਿੱਚ ਹਰੀ ਕ੍ਰਾਂਤੀ ਤੇ ਹੋਰ ਯੂਨੀਵਰਸਿਟੀਆਂ ਬਣੀਆਂ, ਕਿਸਾਨ ਦੀ ਹਾਲਤ ਚੰਗੀ ਵੀ ਰਹੀ ਹੈ। ਸਾਡੇ ਮਾਹਰ ਜਿਹੜੇ ਹੈਗੇ ਉਹ ਵੀ ਕਹਿੰਦੇ ਰਹਿੰਦੇ ਆ ਜੀ, ਮਤਲਬ ਆ ਬਸ 4 ਦਹਾਕੇ ਪਹਿਲਾਂ ਕਿਸਾਨ ਖੁਸ਼ਹਾਲ ਸੀ ਜਾਂ ਇਹ ਸੀ। ਦੇਖੋ ਉਦੋਂ ਦੀ ਜ਼ਰੂਰਤ ਦੇ ਮੁਤਾਬਕ ਨੋ ਡਾਊਟ ਕਿ ਕਿਸਾਨ ਦੀ ਹਾਲਤ ਠੀਕ ਹੋ ਗਈ ਸੀ। ਬੇਸ਼ੱਕ ਕਿਸਾਨ ਕੋਲੇ ਬਹੁਤਾ ਪੈਸਾ ਨਹੀਂ ਸੀ, ਪਰ ਕਿਸਾਨੀ ਪੰਜਾਬ ਦੀ ਜਿਹੜੀ ਹੈ ਨਾ ਉਹ ਖੁਸ਼ਹਾਲ ਹੋ ਚੱਲੀ ਸੀ। ਕਿਉਂਕਿ ਉਸ ਸਮੇਂ ਦੀ ਜ਼ਰੂਰਤ ਦੇ ਮੁਤਾਬਕ ਖੇਤੀ ਹੋ ਰਹੀ ਸੀ। ਉਦੋਂ ਪੂਰੇ ਮੁਲਕ ਦੇ ਵਿੱਚ ਜਿਹੜਾ ਅਨਾਜ ਦੀ ਬੜੀ ਵੱਡੀ ਲੋੜ ਸੀ
ਤੇ ਅਨਾਜ ਪੈਦਾ ਹੋ ਰਿਹਾ ਸੀ। ਮੁਲਕ ਦੇ ਵਿੱਚ ਬੜੇ ਚਾਵਾਂ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਜਿੰਨੀਆਂ ਵੀ ਮਤਲਬ ਜਿਹੜੇ ਫੰਡਸ ਸੀਗੇ ਉਹ ਰਿਲੀਜ਼ ਹੋ ਰਹੇ ਸੀ, ਯੂਨੀਵਰਸਿਟੀਆਂ ਨੂੰ ਫੰਡਸ ਮਿਲ ਰਹੇ ਸੀ ਔਰ ਵੈਰਾਈਟੀਜ਼ ਨਿਕਲ ਰਹੀਆਂ ਸੀ, ਅੱਗੇ ਰਿਸਰਚ ਹੋ ਰਹੀ ਸੀ ਔਰ ਉਹ ਕਿਸਾਨ ਤੱਕ ਪਹੁੰਚ ਰਹੀ ਸੀ। ਹੁਣ ਅੱਜ ਖੜੋਤ ਕਿਸ ਗੱਲ ਤੋਂ ਆਈ ਹੈ? ਖੜੋਤ ਇਸੇ ਗੱਲ ਤੋਂ ਆਈ ਹੈ ਕਿ ਅਨਾਜ ਜਿਹੜਾ ਹੈਗਾ ਉਹ ਹੁਣ ਸਰਪਲਸ ਹੁੰਦਾ ਦਿਸ ਰਿਹਾ ਸੀ। ਹੁਣ ਇੱਥੇ ਬਦਲਵੇਂ ਹਾਲਾਤ ਦੇ ਵਿੱਚ ਕਿਸਾਨ ਨੂੰ ਕਿਸ ਚੀਜ਼ ਦੀ ਜ਼ਰੂਰਤ ਸੀ? ਕੋਈ ਗੱਲ ਨਹੀਂ, ਜੇ ਅਨਾਜ ਸਰਪਲਸ ਹੁੰਦਾ ਦਿਸਦਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹੀ ਪਾਲਿਸੀਆਂ ਲਾਗੂ ਕਰਨੀਆਂ ਸੀ, ਪਰ ਬਦਲਵੇਂ ਹਾਲਾਤ ਦੇ ਮੁਤਾਬਕ ਵੀ ਤਾਂ ਸਾਨੂੰ ਸਹਾਇਤਾ ਦਿੱਤੀ ਜਾਵੇ ਨਾ। ਬਦਲਣ ਦੇ ਹਾਲਾਤ ਦੇ ਮੁਤਾਬਕ ਸਾਡਾ ਢਾਂਚਾ ਜਿਹੜਾ ਹੈਗਾ ਉਹਨੂੰ ਅੱਗੇ ਵਧਣ ਫੁੱਲਣ ਦਿੱਤਾ ਜਾਵੇ। ਸਭ ਤੋਂ ਪਹਿਲੀ ਜ਼ਰੂਰਤ ਉਹਦੇ ਵਿੱਚ ਇਹ ਸੀ ਸੁਖਵਿੰਦਰ ਕਿ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਚਾਹੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਰਹਿਣ, ਅਸੀਂ ਨਹੀਂ ਕਹਿੰਦੇ ਕਿ ਮਤਲਬ ਜਿਹੜਾ ਹੈਗਾ ਉਹ ਸੈਂਟਰ ਦੀਆਂ ਪਾਲਿਸੀਆਂ ਨੇ, ਸੈਂਟਰ ਦੀਆਂ ਸਕੀਮਾਂ ਨੇ, ਉਹਨਾਂ ਨੇ ਕਿਸ ਤਰੀਕੇ ਨਾਲ ਬਾਰਡਰਾਂ ਦੇ ਉੱਪਰ ਰੱਖਣਾ ਹੈ ਆਪਣਾ ਪ੍ਰਬੰਧ, ਜੀ ਸਦਕੇ ਉਹ ਰੱਖਣ, ਪਰ ਖੇਤੀ ਵਸਤਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੀ ਖੇਤੀ ਦੀ ਉਪਜ ਜਿਹੜੀ ਹੈ ਜੇ ਉਹਨੂੰ ਮਤਲਬ ਜਿਸ ਤਰੀਕੇ ਨਾਲ ਸਾਡੇ ਨਾਲ ਇੱਧਰ ਇੱਥੋਂ ਬਾਏ ਰੋਡ ਘੱਟੋ ਘੱਟ 50 ਮੁਲਕ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਸਬਜ਼ੀ, ਪੰਜਾਬ ਦੀਆਂ ਛੋਟੀਆਂ ਛੋਟੀਆਂ ਫਸਲਾਂ, ਪੰਜਾਬ ਦਾ ਦੁੱਧ ਦੇ ਪ੍ਰੋਡਕਟ ਕੀ ਨਹੀਂ ਜਾ ਸਕਦਾ ਸੀ। ਔਰ ਅੱਜ ਵੀ ਜੇਕਰ ਜੇ ਪੰਜਾਬ ਸਰਕਾਰ ਅਗਰ ਪੰਜਾਬ ਦੇ ਵਿੱਚ ਉਹ ਰੰਗਲਾ ਪੰਜਾਬ ਬਣਾਉਣ ਦੀਆਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਤਾਂ ਸਭ ਤੋਂ ਪਹਿਲਾਂ ਪੂਰੀ ਸਰਕਾਰ, ਪੂਰੀਆਂ ਆਰਗੇਨਾਈਜੇਸ਼ਨਸ, ਪੂਰੀਆਂ ਆਪੋਜੀਸ਼ਨ ਪਾਰਟੀਆਂ, ਇਹਨਾਂ ਨੂੰ ਸਭ ਨੂੰ ਜਾ ਕੇ ਸੈਂਟਰ ਸਰਕਾਰ ਦੇ ਨਾਲ ਇਹ ਗੱਲ ਲਾਗੂ ਕਰਾਉਣੀ ਪਊਗੀ। ਸਭ ਤੋਂ ਅਹਿਮ ਪਾਲਿਸੀ ਦਾ ਹਿੱਸਾ ਹੋਣਾ ਚਾਹੀਦੀ ਹੈ ਇਹ ਕਿ ਸਾਡੇ ਇਹ ਰੂਟ ਖਲਵਾ ਦਿਓ ਜੀ, ਜਿਸ ਤਰੀਕੇ ਨਾਲ ਮਰਜ਼ੀ ਖਲਵਾ ਦਿਓ। ਕਿੱਥੇ ਤਾਂ ਅੱਜ ਤੁਸੀਂ ਸਾਨੂੰ ਲਿਮਟਾਂ ਸੈਂਕਸ਼ਨ ਕਰਦੇ ਹੋ ਪੰਜਾਬ ਦੇ ਵਿੱਚੋਂ ਕਣਕ ਝੋਨਾ ਖਰੀਦਣ ਵਾਸਤੇ, ਫਿਰ ਤੁਸੀਂ ਉਹਦੇ ਤੇ ਪਰੇਸ਼ਾਨੀ ਮਹਿਸੂਸ ਕਰ ਰਹੇ ਹੋ, ਫਿਰ ਤੁਹਾਨੂੰ ਉਹ ਸਰਪਲਸ ਲੱਗਦੀ ਹੈ, ਠੀਕ ਹੈ, ਫਿਰ ਤੁਸੀਂ ਉਹਦੇ ਤੇ ਮਤਲਬ ਜਿਹੜਾ ਹੈਗਾ ਹੌਲੀ ਹੌਲੀ ਆਪਣੇ ਹੱਥ, ਤੁਹਾਡੀ FCI ਪੈਰ ਪਿਛਾਂ ਖਿੱਚ ਰਹੀ ਹੈ। ਸਾਨੂੰ ਵੀ ਪਤਾ ਹੈ, ਅਸੀਂ ਵੀ ਸਮਝਦੇ ਹਾਂ, ਪੰਜਾਬ ਦਾ ਕਿਸਾਨ ਵੀ ਸਮਝਦਾ ਹੈ ਕਿ FCI ਨੇ ਪੈਰ ਪਿਛਾਂ ਖਿੱਚਣੇ ਹੀ ਹੈ ਜਦੋਂ ਮਤਲਬ ਝੋਨਾ ਜਿਹੜਾ ਹੈਗਾ ਉਹ ਅਨਾਜ ਜਿਹੜਾ ਹੈਗਾ ਸਰਪਲਸ ਹੁੰਦਾ ਜਾ ਰਿਹਾ ਹੈ, ਠੀਕ ਹੈ, ਪਰ ਇਹਦਾ ਬਦਲ ਦੇ ਵਿੱਚ ਤਾਂ ਸਾਡੀ ਸਹਾਇਤਾ ਕਰੋ ਨਾ। ਅਸੀਂ ਤੁਹਾਡੇ ਤੋਂ ਲਿਮਟਾਂ ਲੈਣ ਹੀ ਨਹੀਂ ਜਾਂਦੇ। ਜੇ ਤੁਸੀਂ ਸਾਡੇ ਇਧਰਲੇ ਰੂਟ ਖਲਵਾ ਦਿਓ, ਸਾਨੂੰ ਮਤਲਬ ਅਡਾਰੀ ਮਾਰਨ ਦਿਓ ਸਾਰੇ ਏਸ਼ੀਆ ਦੇ ਵਿੱਚ ਤੇ ਸਾਰੇ ਯੂਰਪ ਦੇ ਵਿੱਚ, ਤੇ ਮਤਲਬ ਮੈਂ ਸਮਝਦਾ ਕਿ ਜਿਹੜੀ ਇੱਥੇ ਪੰਜਾਬ ਦੇ ਵਿੱਚ ਗੋਭੀ, ਮੂਲੀ, ਪਿਆਜ਼ ਜਿਹੜਾ 2-2, 4-4 ਰੁਪਏ ਕਿਲੋ ਤੇ ਰੁਲਣ ਲੱਗ ਜਾਂਦਾ ਹੈ, ਇਹ 50-100 ਰੁਪਏ ਤੋਂ ਘੱਟ ਥੱਲੇ ਜਾਣਾ ਹੀ ਨਹੀਂ। ਅੱਜ ਸੁਖਵਿੰਦਰ, ਅੱਜ ਦੀ ਹਾਲਤ ਜਿਹੜੀ ਹੈਗੀ ਹੈ ਪੂਰੇ ਵਰਲਡ ਦੇ ਵਿੱਚ, ਅੱਜ ਕਣਕ ਦੀ ਪ੍ਰਾਈਸ ਜਿਹੜੀ ਹੈ ਨਾ, ਉਹ ਸਾਡੇ ਗੁਆਂਢੀ ਮੁਲਕ ਦੇ ਵਿੱਚ ਵੀ ਇੰਡੀਅਨ ਰੁਪਈਏ ਦੇ ਹਿਸਾਬ ਦੇ ਨਾਲ 60-70 ਰੁਪਏ ਤੋਂ ਉੱਪਰ ਦਾ ਰੇਟ ਹੈ ਪਾਕਿਸਤਾਨ ਦੇ ਵਿੱਚ। ਔਰ ਨਿਊਜ਼ੀਲੈਂਡ ਦੀ ਮਤਲਬ ਜਿਹੜੀ ਹੈਗੀ ਆ ਉੱਥੋਂ ਦੀ ਕਿਸੇ ਵੀ ਮੁਲਕ ਦੀ ਦੇਖ ਲਵੋ। ਔਰ ਪਰ ਸਾਡੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਸਾਡੀਆਂ ਪਾਲਿਸੀਜ਼ ਕਣਕ ਗਰੋਅਰ, ਚਾਹੇ ਉਹ ਪੰਜਾਬ ਦਾ ਕਿਸਾਨ ਹੈ ਚਾਹੇ ਕਿਤੋਂ ਦਾ ਵੀ ਕਿਸਾਨ ਹੋਵੇ, ਪੂਰੇ ਹਿੰਦੁਸਤਾਨ ਦਾ ਕਿਤੋਂ ਦਾ ਵੀ ਕਿਸਾਨ ਹੋਵੇ, ਕੀ ਉਹਨੂੰ ਕੋਈ ਬੈਨੀਫਿਟ ਹੋ ਰਿਹਾ ਹੈ ਇਸ ਗੱਲ ਦਾ? ਕੀ ਉਹਨੂੰ ਕੋਈ ਫਾਇਦਾ ਮਿਲ ਰਿਹਾ ਹੈ? ਤਾਂ ਜੇ ਨਹੀਂ ਮਿਲ ਰਿਹਾ ਤਾਂ ਇਹਦਾ ਮਤਲਬ ਸਾਡੀਆਂ ਪਾਲਿਸੀਜ਼ ਫਾਰਮਰ ਫਰੈਂਡਲੀ ਨਹੀਂ ਹੈਗੀਆਂ। ਸੋ ਸਾਨੂੰ ਫਾਰਮਰ ਫਰੈਂਡਲੀ ਪਾਲਿਸੀ ਸਭ ਤੋਂ ਪਹਿਲਾਂ ਤਾਂ, ਬਾਕੀ ਤਾਂ ਉਸ ਤੋਂ ਅੱਗੇ ਸਾਡੀਆਂ ਸੁਖਵਿੰਦਰ ਪਾਲਿਸੀਆਂ ਕਿੱਥੇ ਖੜ ਜਾਂਦੀਆਂ ਨੇ। ਸਾਡੀਆਂ ਸਰਕਾਰਾਂ ਦੀ ਗੱਲ ਵੀ ਜਿਹੜੀ ਹੈਗੀ ਆ ਉਹ ਕਿਉਂਕਿ ਮਤਲਬ ਹੇਠਲੇ ਪੱਧਰ ਤੱਕ ਡਿਲੀਵਰ ਕਰਨ ਦੀ ਇੱਕ ਇੱਛਾ ਸ਼ਕਤੀ ਨਹੀਂ ਹੁੰਦੀ ਕਰਕੇ ਕੀ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਹੁੰਦੇ ਨੇ ਜਿਹੜੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹ ਵੀ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਉਹ ਯੂਨੀਵਰਸਿਟੀ ਨਾਲ ਮਾਹਰਾਂ ਨਾਲ ਗੱਲਾਂ ਕਰਕੇ, ਮਾਹਰਾਂ ਨੂੰ ਮਤਲਬ ਉਤਸ਼ਾਹਿਤ ਕਰਕੇ ਉਹ ਕਹਿੰਦੇ ਆ ਕਿ ਜੀ ਪੰਜਾਬ ਦੀ ਖੇਤੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਈ। ਪਰ ਚਾਹੀਦਾ ਇਹ ਹੈ ਕਿ ਮਾਹਰਾਂ ਨੇ ਤਾਂ ਕੰਮ ਕਰਨਾ ਹੀ ਕਰਨਾ, ਆਪਣਾ ਮਾਹਰ ਤਾਂ ਕਰਨਗੇ, ਪਰ ਮਾਹਰਾਂ ਦੇ ਤੋਂ ਪਹਿਲਾਂ ਜਿਹੜੀਆਂ ਪਾਲਿਸੀਜ਼ ਬਣਦੀਆਂ, ਤੁਸੀਂ ਪਾਲਿਸੀ ਦੇ ਵਾਸਤੇ ਕੋਈ ਜਿਹੜੇ ਨਵੇਂ ਰੂਟ ਖੋਲੋ, ਐਕਸਪੋਜ਼ਰ ਦਿਓ ਪੰਜਾਬ ਦੇ ਕਿਸਾਨ ਨੂੰ, ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਰਿਕੁਆਇਰਮੈਂਟਸ ਹੋਣਗੀਆਂ। ਵੈਜੀਟੇਬਲਸ ਦੇ ਵਿੱਚ ਸੁਖਵਿੰਦਰ ਸਾਡੇ ਕੋਈ ਰਿਸਰਚ ਨਹੀਂ ਹੈਗੀ, ਠੀਕ ਹੈ, ਪਿਛਲੇ 25 ਸਾਲਾਂ ਤੋਂ ਤੁਸੀਂ ਜਿੱਥੇ ਮਰਜ਼ੀ ਪੜ੍ਹ ਲਓ, ਜਿੱਦਾਂ ਮਰਜ਼ੀ ਯੂਨੀਵਰਸਿਟੀ ਦੇ ਮਾਹਰਾਂ ਦੀਆਂ ਗੱਲਾਂ ਸੁਣ ਲਓ, ਕਿਸੇ ਤੇ ਗੱਲ ਸੁਣ ਲਓ, ਮਤਲਬ ਗ੍ਰੀਨ ਹਾਊਸ ਦੀ ਸਕੀਮ ਆਈ ਹੈ, ਨੈਟ ਹਾਊਸ ਦੀ ਸਕੀਮ ਆਈ ਹੈ, ਪੋਲੀ ਹਾਊਸਸ ਦੀ ਆਈ ਹੈ, ਜ਼ਮੀਨੀ ਪੱਧਰ ਤੇ ਤੁਹਾਨੂੰ ਕਿਤੇ ਨਜ਼ਰ ਆਉਂਦੇ ਨੇ? ਕਿਉਂ ਨਹੀਂ ਨਜ਼ਰ ਆਉਂਦੇ? ਕਿਉਂਕਿ ਅਸਲ ਦੇ ਵਿੱਚ ਕਿਸਾਨ ਦੀ ਜ਼ਰੂਰਤ ਹੀ ਨਹੀਂ ਹੈ। ਉਹ ਇਹ ਸਕੀਮਾਂ ਜਿਹੜੀਆਂ ਹੈਗੀਆਂ ਡੰਗ ਟਪਾਊ ਤੇ ਉੱਪਰ ਕੁਝ ਏਸੀ ਰੂਮਾਂ ਦੇ ਵਿੱਚ ਬੈਠ ਕੇ ਬਣਾਈਆਂ ਗਈਆਂ ਸਕੀਮਾਂ ਨੇ ਜਿਹੜੀਆਂ ਸਮਾਂ ਪਾਸ ਕਰਨ ਵਾਸਤੇ ਹੈ, ਪਰ ਜ਼ਮੀਨੀ ਪੱਧਰ ਤੇ ਕਿਤੇ ਲਾਗੂ ਨਹੀਂ ਹੁੰਦੀਆਂ। ਹੈਰਾਨੀ ਨਹੀਂ ਹੁੰਦੀ ਸਾਨੂੰ, ਸਾਡੇ ਮਾਹਰਾਂ ਨੂੰ ਤੇ ਸਾਡੀਆਂ ਸਰਕਾਰਾਂ ਨੂੰ, ਕਿ ਜਦੋਂ ਮਤਲਬ ਪੰਜਾਬ ਦੇ ਵਿੱਚ ਜਦੋਂ ਤਾਂ ਡੇਅਰੀ ਵਿਭਾਗ ਕੰਮ ਨਹੀਂ ਕਰ ਰਿਹਾ ਸੀ, ਜਦੋਂ ਕੋਈ ਇਸ ਤਰ੍ਹਾਂ ਦੀਆਂ ਸਪੈਸ਼ਲ ਐਫਰਟਸ ਨਹੀਂ ਹੋ ਰਹੀਆਂ ਸੀ, ਜਦੋਂ ਕੋਈ ਪਬਲਿਕ ਸੈਕਟਰ ਤੇ ਇਹਨਾਂ ਵਿਭਾਗਾਂ ਦੇ ਉੱਪਰ ਖਰਚਾ ਨਹੀਂ ਕੀਤਾ ਜਾ ਰਿਹਾ ਸੀ,
ਉਦੋਂ ਤਾਂ ਪੰਜਾਬ ਦੇ ਵਿੱਚ ਦੁੱਧ ਦੀਆਂ ਨਦੀਆਂ ਵਗਦੀਆਂ ਸੀ। ਔਰ ਅੱਜ ਪੰਜਾਬ ਦੀ ਹਾਲਤ ਇਹ ਹੈ, ਇਮਾਨਦਾਰੀ ਨਾਲ ਕੋਈ ਆ ਕੇ ਚੈੱਕ ਕਰ ਲੇ ਤਾਂ ਪੰਜਾਬ ਦੇ ਵਿੱਚ ਕਿਸੇ ਪਿੰਡ ਦੇ ਵਿੱਚ 50% ਤੋਂ ਵੀ ਜ਼ਿਆਦਾ ਕਿਸਾਨ ਵੀ ਜਿਹੜੇ ਹੈਗੇ ਆ, ਉਹ ਆਪਦਾ ਘਰ ਦਾ ਦੁੱਧ ਵੀ ਪੈਦਾ ਕਰਨੋਂ ਹਟ ਗਏ, ਕਿਉਂਕਿ ਦੁੱਧ ਦੀ ਕੋਈ ਵਾਜਬ ਕੀਮਤ ਹੀ ਨਹੀਂ ਮਿਲਦੀ, ਕੋਈ ਪ੍ਰਬੰਧ ਹੀ ਨਹੀਂ ਹੈਗਾ। ਆ ਤਾਂ ਨੈਸਲੇ ਨੇ ਅਜੇ ਥੋੜਾ ਬਹੁਤਾ ਬਚਾਇਆ ਹੋਇਆ, ਜਿਹੜਾ ਸਾਡੇ ਇੱਧਰ 2-3 ਜ਼ਿਲ੍ਹਿਆਂ 'ਚ ਜਾਂ ਜਿਹੜੇ ਸ਼ਹਿਰਾਂ ਦੇ ਨੇੜੇ ਨੇੜੇ ਦੇ ਹੈਗੇ ਨੇ, ਉੱਥੇ ਕੁਛ ਨਾ ਕੁਛ ਨੈਚੁਰਲ ਜਿਹੜਾ ਚੱਲ ਰਿਹਾ। ਔਰ ਕੀ ਸਾਡੀਆਂ ਐਫਰਟਸ ਤੋਂ ਬਾਅਦ ਕੀ ਅਸੀਂ ਡੇਅਰੀ ਵਿਭਾਗ ਤੇ ਇਹ ਸਾਰੇ ਵਿਭਾਗ ਤੇ ਇਹ ਮਾਰ ਇਸ ਕਰਕੇ ਬਿਠਾਏ ਸੀ ਕਿ ਦੁੱਧ ਦੀ ਪ੍ਰੋਡਕਸ਼ਨ ਘਟ ਜਾਵੇ? ਸੋ ਸਾਨੂੰ ਸਾਡੀ ਕੋਈ ਨਜ਼ਰਸਾਨੀ ਕਦੋਂ ਕਰਾਂਗੇ? ਅਸੀਂ ਕਦੇ ਰਿਵਿਊ ਨਹੀਂ ਕਰਨਾ ਇਹਨਾਂ ਚੀਜ਼ਾਂ ਦਾ? ਕੀ ਇਹ ਰੂਟੀਨ ਦੇ ਵਿੱਚ ਹੀ ਇਸੇ ਤਰ੍ਹਾਂ ਚੱਲੂਗਾ ਕਿ ਜਿਹੜੀ ਸਰਕਾਰ ਆਉਂਦੀ ਹੈ ਉਹ ਉਸੇ ਤਰੀਕੇ ਨਾਲ ਇੰਨੇ ਇੱਕ ਸ਼ੈੱਡ ਤੇ ਸਬਸਿਡੀ ਦੇਤੀ ਜੀ, ਇੱਕ ਇਹਦੇ ਤੇ ਦੇਤੀ ਜੀ, ਇੱਕ ਇਹਦੇ ਤੇ ਦੇਤੀ। ਡਿਪਾਰਟਮੈਂਟ ਵੀ ਉਹ ਲਿਪਾ ਪੋਚੀ ਜਿਹੜੀ ਹੈ ਹਰ ਸਾਲ ਕਰਦੇ ਪਿਛਲੇ 30 ਸਾਲਾਂ ਤੋਂ ਲਗਾਤਾਰ ਉਹ ਕਰ ਰਹੇ ਆ। ਇਹਦਾ ਰਿਵਿਊ ਨਹੀਂ ਕਰਨ ਦੀ ਜ਼ਰੂਰਤ ਸਾਨੂੰ ਕਿ ਕੀ ਇਸ ਚੀਜ਼ ਦਾ ਕੋਈ ਫਾਇਦਾ ਹੋ ਰਿਹਾ? ਸੋ ਜੇ ਨਹੀਂ ਹੋ ਰਿਹਾ ਤਾਂ ਅਸੀਂ ਆਪਣੇ ਐਡੇ ਵੱਡੇ ਫੰਡ ਜਿਹੜੇ ਐਡੇ ਬਜਟ ਜਿਹੜੇ ਆ ਉਹ ਸਹੀ ਦਿਸ਼ਾ 'ਚ ਕਿਉਂ ਨਹੀਂ ਲਾ ਰਹੇ? ਸੋ ਇੱਕ ਤਾਂ ਇਹ ਕੁਝ 2-3 ਪੁਆਇੰਟ ਨੇ ਕਿ ਸਾਡੀ ਰਿਸਰਚ ਨੂੰ ਵੀ ਦਿਸ਼ਾ ਫੇਰ ਮਿਲੂਗੀ, ਸਾਡੇ ਸਭ ਕਾਸੇ ਨੂੰ ਦਿਸ਼ਾ ਫੇਰ ਮਿਲੂਗੀ। ਪਹਿਲਾਂ ਪੰਜਾਬ ਦੇ ਕਿਸਾਨ ਦਾ ਐਕਸਪੋਜ਼ਰ ਹੈ ਜਿਹੜਾ ਬਲੌਕ ਹੋਇਆ ਪਿਆ, ਜਿਹੜਾ ਦੇਸ਼ ਦੇ ਆਪਸੀ ਮਤਲਬ ਦੇਸ਼ ਦੇ ਹਾਲਾਤਾਂ ਦੀ ਵਜ੍ਹਾ ਦੇ ਨਾਲ ਕਹਿ ਲਓ, ਗੁਆਂਢੀ ਮੁਲਕਾਂ ਦੇ ਨਾਲ ਸਾਡਾ ਜਿਸ ਤਰ੍ਹਾਂ ਦਾ ਵੀ ਜੋ ਬਣੇ ਨੇ ਹਾਲਾਤ, ਉਸ ਦੀ ਭੇਂਟ ਚੜ ਗਿਆ ਕਹਿ ਲਓ। ਪਰ ਐਸੀ ਵੀ ਕੋਈ ਗੱਲ ਨਹੀਂ, ਜਿਸ ਤਰ੍ਹਾਂ ਦੇ ਮਰਜ਼ੀ ਹੋਣ, ਅਦਰਵਾਈਜ਼ ਹੋਰ ਵੀ ਤਾਂ ਸਾਰਾ ਕੰਮ ਚੱਲਦਾ ਹੀ ਹੈ। ਪਿਛਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਟ੍ਰੇਡਿੰਗ ਖੁੱਲੀ ਵੀ ਰਹੀ ਹੈ ਪਾਕਿਸਤਾਨ ਤੋਂ, ਪਿਆਜ਼ ਵਗੈਰਾ, ਹੋਰ ਡਰਾਈ ਫਰੂਟ ਵਗੈਰਾ, ਅੰਮ੍ਰਿਤਸਰ ਦੀ ਮਾਰਕੀਟ ਤੱਕ ਕਾਫੀ ਟਰੱਕਾਂ ਦਾ ਆਉਣ ਜਾਣ ਇਸ ਤਰ੍ਹਾਂ ਸੀਗਾ। ਔਰ ਬਾਈ 에ਅਰ ਲਿਫਟ ਮਤਲਬ ਜਿਹੜਾ ਹੈਗਾ ਬੜੀ ਫਰੈਸ਼ ਵੈਜਸ ਔਰ ਮਿਲਕ ਪ੍ਰੋਡਕਟਸ, ਪੋਲਟਰੀ ਪ੍ਰੋਡਕਟਸ ਬਾਈ 에ਅਰ ਪੂਰੇ ਯੂਰਪ ਨੂੰ ਸਾਰਾ 3-3 4-4 ਘੰਟੇ ਦਾ ਤਾਂ ਰਸਤਾ ਹੈ ਜੀ ਸਾਡਾ। ਔਰ ਇੱਥੇ ਮਤਲਬ ਇਹਨਾਂ ਸਕੀਮਾਂ ਦੇ ਉੱਪਰ ਕਿਤੇ ਕੋਈ ਗੱਲ ਇਸ ਦਿਸ਼ਾ ਦੇ ਵਿੱਚ ਵੱਧਦੀ ਨਜ਼ਰ ਆਉਂਦੀ ਹੈ? ਚਾਹੇ ਇਸ ਸਰਕਾਰ ਦੀ ਗੱਲ ਕਰ ਲਈਏ, ਚਾਹੇ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ। ਸੋ ਸਭ ਤੋਂ ਅਹਿਮ ਤੇ ਜ਼ਰੂਰੀ ਨੁਕਤੇ ਨੇ ਜਿਹੜੇ ਉਹ ਇਹ ਨੇ, ਇਹਨਾਂ ਤੇ ਕੰਮ ਸਟਾਰਟ ਹੋਵੇ, ਫਿਰ ਸਾਡੀ ਰਿਸਰਚ ਨੂੰ ਵੀ ਇਹ ਦਿਸ਼ਾ ਮਿਲੇਗੀ, ਫਿਰ ਸਾਡੀ ਡਿਵੈਲਪਮੈਂਟ ਨੂੰ, ਐਕਸਟੈਂਸ਼ਨ ਨੂੰ, ਇਹਨਾਂ 3-4 ਵਿੰਗਾਂ ਨੂੰ ਇਹਦੇ ਤੋਂ ਇੱਕ ਦਿਸ਼ਾ ਮਿਲੇਗੀ, ਫਿਰ ਕਿਸਾਨੀ ਖੁਸ਼ਹਾਲ ਹੋ ਜਾਏਗੀ। ਫਿਰ ਕਿਸੇ ਕਿਸਾਨ ਦੀਆਂ ਤੁਹਾਨੂੰ ਮੋਟਰਾਂ ਦੇ ਬਿੱਲ ਮਾਫ ਕਰਿਓ ਜਾਂ ਨਾ ਕਰਿਓ, ਕਿਸੇ ਕਿਸਾਨ ਦਾ। ਔਰ ਜਿਹੜੇ ਏਦਾਂ ਦੇ ਲਾਸਸ ਨੇ ਸੁਖਵਿੰਦਰ, ਇਹ ਲਾਸ ਜਿਹੜੀਆਂ ਕੁਦਰਤੀ ਆਫਤਾਂ ਹੈ, ਇਹ ਵੀ ਖੇਤੀ ਦੇ ਉੱਪਰ ਵੱਡੇ ਪੱਧਰ ਤੇ ਕੁਦਰਤੀ ਆਫਤ ਕਿਵੇਂ ਨੁਕਸਾਨ ਕਰਦੀ ਹੈ, ਕਦੋਂ ਕਰਦੀ ਹੈ? ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ 80% ਤੋਂ ਵੱਧ ਪੰਜਾਬ ਜਿਹੜਾ ਹੈਗਾ ਉਹ ਸਿਰਫ 10 ਦਿਨਾਂ ਦੇ ਵਿੱਚ, ਪੰਜਾਬ ਦੀ ਪੂਰੀ ਕਿਸਾਨੀ ਦੀ ਆਰਥਿਕਤਾ ਜਿਹੜੀ ਹੈ ਉਹ 10 ਦਿਨਾਂ ਦੇ ਵਿੱਚ ਕਲੈਕਟ ਹੁੰਦੀ ਹੈ। ਸਮਝੇ ਨਾ ਕਿ ਇਹਨਾਂ 10 ਦਿਨਾਂ ਦੇ ਵਿੱਚ ਅਗਰ ਮੌਸਮ ਖਰਾਬ ਹੋ ਗਿਆ ਤਾਂ ਪੂਰੀ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਡਗਮਗਾ ਗਈ। ਜਦ ਕਿ ਕੁਦਰਤ ਦੇ ਨਾਲ ਕੌਣ ਮਿਲਿਆ ਜੀ? ਕੁਦਰਤ ਤਾਂ ਕਿਸੇ ਵੇਲੇ ਵੀ 10 ਦਿਨ ਮੌਸਮ ਖਰਾਬ ਕਰ ਸਕਦੀ ਹੈ। ਸੋ ਜੇ ਸਾਡੀ ਫਸਲੀ ਵਿਭਿੰਨਤਾ ਹੋਏਗੀ, ਜੇ ਅਸੀਂ ਅਲੱਗ-ਅਲੱਗ ਫਸਲਾਂ ਦੀ ਖੇਤੀ ਹੋ ਰਹੀ ਹੋਏਗੀ, ਤਾਂ ਕੁਦਰਤੀ ਗੱਲ ਹੈ ਕਿ ਜਿਸ ਸਮੇਂ ਨੁਕਸਾਨ ਹੋਵੇ, ਕੋਈ ਵੀ ਕੁਦਰਤੀ ਆਫਤ ਆਵੇ, ਕੋਈ 5-7% ਲੋਕ ਉਹਦੇ ਸ਼ਿਕਾਰ ਹੋ ਜਾਣ, 5-7% ਫਸਲਾਂ ਉਹਦੇ ਸ਼ਿਕਾਰ ਹੋਣ, ਤੇ ਉਹਨਾਂ ਕੁ ਮੁਆਵਜ਼ਾ ਕਿਸਾਨ ਸਰਕਾਰਾਂ ਹੱਸ ਕੇ ਦੇ ਦੇਣ ਔਰ ਕਿਸਾਨ ਵੀ ਹੱਸ ਕੇ ਲੈ ਲੈਣ। ਹੁਣ ਸਰਕਾਰਾਂ ਅੱਗੇ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਇਹਨਾਂ 10 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਨੂੰ ਜਿਹੜਾ ਹੈਗਾ ਐਡਾ ਵੱਡਾ ਝਟਕਾ ਲੱਗ ਗਿਆ। ਔਰ ਸਰਕਾਰ ਜਿਹੜੀ ਹੈ 3 ਲੱਖ ਕਰੋੜ ਦੀ ਪਹਿਲਾਂ ਕਰਜਾਈ ਬੈਠੀ ਹੈ। ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਕਿਸਾਨ ਕਹਿੰਦਾ ਸਾਨੂੰ ਮੁਆਵਜ਼ਾ ਦੇ ਦਿਓ, ਉਹ ਵਿਚਾਰੇ ਪਤਾ ਨਹੀਂ ਕਿਵੇਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਵੇਂ ਦਿੰਦੇ ਨੇ। ਦਿੱਲੀ ਵੱਲ ਜਾਂਦੇ ਆ ਤਾਂ ਉੱਥੋਂ ਮਤਲਬ ਜਿਹੜਾ ਹੈਗਾ ਕੋਈ ਚੰਗਾ ਸੁੱਖ ਸੁਨੇਹਾ ਨਹੀਂ ਆਉਂਦਾ। ਤੇ ਸੋ ਇਸ ਕਰਕੇ ਮਤਲਬ ਇਹਨਾਂ ਹਾਲਾਤਾਂ ਨਾਲ ਨਜਿੱਠਾਂਗੇ ਕਿਵੇਂ? ਇਹਦੇ ਵਾਸਤੇ ਇੱਕ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਸੁਖਵਿੰਦਰ ਜੀ। ਜੀ ਮੇਰਾ ਡਾਕਟਰ ਸਾਹਿਬ ਆਖਰੀ ਸਵਾਲ ਹੈ, ਸਮਾਂ ਆਪਣੇ ਕੋਲ ਸੀਮਤ ਹੈ, ਕਿ ਜਦੋਂ ਫਸਲੀ ਬੀਮੇ ਦੀ ਗੱਲ ਆਉਂਦੀ ਆ, ਉਹਦੇ ਵਿੱਚ ਕੇਂਦਰ ਵੱਲ ਵੀ ਨਜ਼ਰਾਂ ਹੁੰਦੀਆਂ ਤੇ ਪੰਜਾਬ ਸਰਕਾਰ ਤੋਂ ਵੀ ਉਮੀਦ ਹੁੰਦੀ ਹੈ। ਘਾਟ ਕਿੱਥੇ ਰਹਿ ਗਈ ਆ ਕਿ ਪੰਜਾਬ ਦੇ ਵਿੱਚ ਫਸਲੀ ਬੀਮਾ ਜਾਂ ਕਿਸਾਨਾਂ ਦੇ ਵਿੱਚ ਕੋਈ ਜਾਗਰੂਕਤਾ ਨਹੀਂ ਹੈਗੀ, ਜਾਂ ਫਿਰ ਕਮੀ ਕਿਸ ਗੱਲ ਦੀ ਹੈ? ਮੈਂ ਪੜ੍ਹ ਰਿਹਾ ਸੀਗਾ ਰਿਪੋਰਟਾਂ ਦੇ ਆਧਾਰ ਦੇ ਉੱਤੇ ਕਿ ਜੇ ਕਿਤੇ ਫਸਲੀ ਬੀਮਾ ਕਿਸਾਨਾਂ ਨੂੰ ਸਹੀ ਢੰਗ ਦੇ ਨਾਲ ਹੋ ਜੇ ਜਾਂ ਉਹ ਮਿਲ ਜਾਵੇ ਤਾਂ ਉਹਦੇ ਨਾਲ ਸਰਕਾਰ ਨੂੰ ਵੀ ਬਹੁਤ ਵੱਡੇ ਪੱਧਰ ਤੇ ਰਾਹਤ ਹੁੰਦੀ ਹੈ। ਪਰ ਇਹਦੇ ਵਿੱਚੋਂ ਕਹਿੰਦੇ ਜਿਹੜਾ ਫਸਲੀ ਬੀਮਾ ਹੁੰਦਾ ਆ, ਇਹਦੇ ਵਿੱਚੋਂ ਪ੍ਰਾਈਵੇਟ ਕੰਪਨੀਆਂ ਮੁਨਾਫਾ ਲੈ ਜਾਂਦੀਆਂ, ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਰੋ ਫਸਲੀ ਬੀਮਾ।
ਨਹੀਂ ਬਿਲਕੁਲ, ਇਹ ਤਾਂ ਮਤਲਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੁਖਵਿੰਦਰ, ਕਿ ਜਿਹੜਾ ਸਾਡਾ ਓਵਰਆਲ ਪੂਰੇ ਮੁਲਕ ਦਾ ਪ੍ਰਬੰਧ ਹੈ ਨਾ, ਜਿਹੜਾ ਉਸ ਪ੍ਰਬੰਧ ਨੂੰ ਮਤਲਬ ਕਿਤੇ ਨਾ ਕਿਤੇ ਖੋਰੇ ਲੱਗੀ ਜਾ ਰਹੇ ਆ। ਵੇਖੋ ਜਿਹੜਾ ਮਤਲਬ ਮੈਂ ਪਿਛਲੇ 2-3 ਦਿਨਾਂ ਦੇ ਵਿੱਚ ਵੀ ਮੈਂ ਦੇਖਿਆ ਕਿ ਇੱਕ ਜਿਹੜਾ ਇੰਟਰਨੈਸ਼ਨਲ ਜਿਹੜੇ ਹੈਗੇ ਨਾ, ਜਿਹੜਾ ਦੁਨੀਆ ਦਾ ਇੰਡੈਕਸ ਹੈ ਹਰੇਕ ਖੇਤਰ ਦੇ ਵਿੱਚ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੂਰਾ ਇੰਡੀਆ ਹੀ ਮਤਲਬ ਸਲਿੱਪ ਕਰਦਾ ਜਾ ਰਿਹਾ ਹੈ। ਆਪ 2-4 ਦਿਨ ਪਹਿਲਾਂ ਇੱਕ ਜਿਹੜਾ ਹੈਗਾ ਅਲੱਗ-ਅਲੱਗ ਮੁਲਕਾਂ ਦੇ ਪਾਸਪੋਰਟਾਂ ਦੇ ਉੱਪਰ ਸੀਗਾ, ਸ਼ਾਇਦ ਤੁਸੀਂ ਵੀ ਇੱਕ ਇੰਟਰਵਿਊ ਕੀਤੀ ਸੀਗੀ ਕਿਸੇ ਮੇਰਾ ਖਿਆਲ ਕੁੱਕੀ ਗਿੱਲ ਜੀ ਹੋਰਾਂ ਨੇ ਗੱਲ ਕੀਤੀ ਸੀ ਉਹਦੇ ਤੇ, ਕਿ ਉਹ ਮਤਲਬ ਜਿਹੜਾ ਹੈਗਾ ਸਾਡਾ ਜਿਹੜਾ ਲੈਵਲ ਜਿਸ ਗ੍ਰੇਡ ਜਿਸ ਲੈਵਲ ਤੇ ਪਹਿਲਾਂ ਸੀਗਾ ਇੰਡੀਅਨ ਪਾਸਪੋਰਟ, ਉਦੋਂ ਮਤਲਬ ਸਲਿੱਪ ਹੋ ਕੇ ਥੱਲੇ ਚਲਾ ਜਾ ਰਿਹਾ ਹੈ। ਸੋ ਇਹ ਕਿਤੇ ਨਾ ਕਿਤੇ ਤਾਂ ਸਾਡੇ ਓਵਰਆਲ ਪ੍ਰਬੰਧ ਦੀਆਂ ਇਹ ਕਮੀਆਂ ਜਿਹੜੀਆਂ ਹੈਗੀਆਂ, ਜਿਹੜੇ ਪ੍ਰਬੰਧਕੀ ਢਾਂਚੇ ਦੀਆਂ ਕਮੀਆਂ ਹੋਣਗੀਆਂ, ਸਰਕਾਰਾਂ ਦੀਆਂ ਪਾਲਿਸੀਆਂ ਦੀਆਂ ਕਮੀਆਂ, ਇਹਨਾਂ ਦੇ ਵਿੱਚ ਤਾਂ ਦਰੁਸਤੀ ਦੀ ਜ਼ਰੂਰਤ ਹੈਗੀ ਹੈ। ਚਾਹੇ ਉਹ ਫਸਲੀ ਬੀਮਾ ਹੋਵੇ, ਚਾਹੇ ਦੂਸਰੇ ਬੀਮੇ ਹੋਣ, ਚਾਹੇ ਕੋਈ ਹੋਰ ਪ੍ਰਬੰਧ, ਜਿੰਨਾ ਵੀ ਪ੍ਰਬੰਧ ਹੈਗਾ। ਇੱਕ ਅੱਜ ਮਤਲਬ ਇੰਟਰਨੈਟ ਦੇ ਯੁੱਗ ਦੇ ਵਿੱਚ ਔਰ ਕੰਪਿਊਟਰ ਦੇ ਯੁੱਗ ਦੇ ਵਿੱਚ ਪ੍ਰਬੰਧ ਦੇ ਵਿੱਚ ਸਾਨੂੰ ਅੱਗੇ ਵਧਣਾ ਚਾਹੀਦਾ ਸੀ। ਪਿੱਛੇ ਆਉਣਾ ਤਾਂ ਮਤਲਬ ਜਿਹੜਾ ਹੈਗਾ ਇਹ ਬੜੀ ਮੰਦਭਾਗੀ ਗੱਲ ਹੈ ਔਰ ਬੜੀ ਅਫਸੋਸ ਦੀ ਗੱਲ ਹੈਗੀ ਹੈ। ਇੱਕ ਤਾਂ ਇਹ ਚੀਜ਼ ਜਿਹੜੀ ਹੈਗੀ ਹੈ, ਇਹਦੇ ਵਿੱਚ ਚਾਹੇ ਕਿਸਾਨਾਂ ਦਾ ਫਸਲੀ ਬੀਮਾ ਹੋਵੇ, ਚਾਹੇ ਕੋਈ ਵੀ ਹੋਵੇ। ਦੂਸਰੀ ਗੱਲ ਸੁਖਵਿੰਦਰ ਇਹ ਹੈ ਕਿ ਜਿਹੜਾ ਫਸਲ ਦੇ ਬੀਮੇ ਦੇ ਉੱਤੇ ਜਿਵੇਂ ਤੁਸੀਂ ਸਵਾਲ ਕੀਤਾ ਨਾ, ਇਹਦੇ ਵਿੱਚ ਕੁਝ ਸਾਲ ਪਹਿਲਾਂ ICICI ਲੋਂਬਾਰਡ ਨਾਮ ਦੀ ਇੱਕ ਨਾ ਮਤਲਬ ਇੱਕ ਪਾਲਿਸੀ ਉਹਨਾਂ ਨੇ ਲੈ ਕੇ ਆਏ ਸੀ, ਔਰ ਉਹ ਅਸੀਂ ਦੇਖੀ ਵੀ ਧਰਾਤਲ ਤੇ। ਉਹਦੇ ਵਿੱਚ ਨਾ ਮਤਲਬ ਉਹ ਬੜੀ ਹਾਸੋਹੀਣੀ ਜੀ ਪਾਲਿਸੀ ਸੀ, ਪਰ ਫਿਰ ਵੀ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਅਗਰ ਉਹਦੇ ਉੱਪਰ ਕੰਮ ਹੁੰਦਾ ਰਹਿੰਦਾ, ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਦਰੁਸਤ ਹੁੰਦੀਆਂ ਰਹਿੰਦੀਆਂ, ਤਾਂ ਅੱਜ ਤੱਕ ਸ਼ਾਇਦ ਵੱਧਦਿਆਂ 10-12 ਸਾਲਾਂ ਦੇ ਵਿੱਚ ਇੱਕ ਬੜਾ ਪੁਖਤਾ ਫਸਲੀ ਬੀਮਾ ਜਿਹੜਾ ਹੈਗਾ ਉਹ ਦੇਣ ਦੇ ਅਸੀਂ ਸਮਰੱਥ ਹੋ ਜਾਂਦੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਜਿਹੜੀਆਂ ਇਹ ਖੇਤਰਾਂ ਦੀਆਂ ਜਿਹੜੀਆਂ ਬੀਮਾ ਪਾਲਿਸੀਆਂ ਹੁੰਦੀਆਂ, ਉਹ ਯਕਦਮ ਇੰਨੀਆਂ ਪੁਖਤਾ ਨਹੀਂ ਤਿਆਰ ਹੋ ਸਕਦੀਆਂ, ਕਿਉਂਕਿ ਮਤਲਬ ਡੇ ਟੂ ਡੇ ਦੇ ਟੈਂਪਰੇਚਰ ਤੇ ਮਨਸਰ ਹੈ, ਡੇ ਟੂ ਡੇ ਦਾ এনवायरमेंटल ਕੰਡੀਸ਼ਨਸ ਕਿੱਦਾਂ ਦੀਆਂ ਰਹਿੰਦੀਆਂ ਨੇ, ਮੌਸਮ ਦੇ ਕੀ ਹਾਲਾਤ ਰਹਿੰਦੇ ਨੇ, ਫਿਰ ਓਪਨ ਫੀਲਡ ਹੈ, ਫਿਰ ਦੂਸਰੀ ਗੱਲ ਸਾਡੇ ਕਿਸਾਨ ਦੀ ਵੀ ਮਤਲਬ ਜਿਹੜੀ ਹੈਗੀ ਹੈ, ਸਾਡਾ ਜਿਹੜਾ ਢਾਂਚਾ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ, ਬੜਾ ਖੁੱਲਾ ਡੁੱਲਾ ਜਿਹਾ ਹੈਗਾ। ਅਸੀਂ ਕੋਈ ਮਤਲਬ ਜਿਹੜਾ ਹੈਗਾ ਓਪਨ ਮਾਰਕੀਟਾਂ ਦੇ ਵਿੱਚ ਜਾਂਦੇ ਆ, ਕਣਕ ਤੇ ਝੋਨਾ ਤਾਂ ਠੀਕ ਹੈ ਕਿ ਅਸੀਂ ਉੱਥੇ ਹੀ ਵੇਚਦੇ ਆ ਇੱਕ ਜਗ੍ਹਾ ਤੇ, ਡਾਟਾ ਰਿਕਾਰਡ ਹੋ ਸਕਦਾ, ਕੋਈ ਐਸੀ ਗੱਲ ਨਹੀਂ ਹੈਗੀ, ਪਰ ਕਿਤੇ ਨਾ ਕਿਤੇ ਸਾਡਾ ਕਿਸਾਨ ਦੀ ਪ੍ਰੈਕਟਿਸ ਨਹੀਂ ਹੈਗੀ ਇਹਨਾਂ ਗੱਲਾਂ ਦੀ, ਉਹ ਵੀ ਕਰਾਉਣੀ ਪਊਗੀ। ਇਹਦੇ ਚ ਕਈ ਖੇਤਰਾਂ ਦੇ ਵਿੱਚ ਕਮੀਆਂ ਨੇ, ਔਰ ਉਹ ਜੇ ਤਾਂ ਅਸੀਂ ਮਤਲਬ ਉਹਦੇ ਤੇ ਦ੍ਰਿੜ ਰਹਿੰਦੇ। ਸਭ ਤੋਂ ਪਹਿਲੀ ਕਮੀ ਹੈਗੀ ਹੈ ਇੱਛਾ ਸ਼ਕਤੀ ਦੀ। ਜੇ ਇੱਛਾ ਸ਼ਕਤੀ ਕਿਸੇ ਵੀ ਸਰਕਾਰ ਦੀ ਹੁੰਦੀ, ਕੋਈ ਵੀ CM ਸਾਹਿਬ ਅਗਰ ਕਿਤੇ ਇਹ ਸੁਪਨਾ ਲੈ ਲੈਂਦੇ ਵੀ ਮੈਂ ਪੰਜਾਬ ਦੇ ਕਿਸਾਨਾਂ ਦਾ ਫਸਲੀ ਬੀਮਾ, ਯਾਰ ਕੁਝ ਵੀ ਹੋ ਜੇ, 5 ਸਾਲ ਦਾ ਮੇਰੇ ਕੋਲੇ ਸਮਾਂ ਹੈ, 5 ਸਾਲਾਂ ਦੇ ਵਿੱਚ ਮੈਂ ਫਸਲੀ ਬੀਮੇ ਦੇ ਵਿੱਚ ਜਿਹੜਾ ਹੈਗਾ, ਚਾਹੇ ਕੇਂਦਰ ਨੂੰ ਨਾਲ ਲੈ ਕੇ ਕਰਾਂ, ਚਾਹੇ ਪੰਜਾਬ ਦੇ ਤੌਰ ਤੇ ਕਰਾਂ, ਜੇ ਮੁਆਵਜ਼ੇ ਵੀ ਤਾਂ ਦਿੰਨੇ ਹੀ ਆ ਨਾ ਅਸੀਂ, ਹੋਰ ਵੀ ਤਾਂ ਖਰਚੇ ਸਰਕਾਰਾਂ ਨੂੰ ਹੀ ਪੈਂਦੇ ਨੇ, ਬਿਜਲੀ ਦਾ ਖਰਚਾ ਵੀ ਤਾਂ ਸਰਕਾਰ ਨੂੰ ਹੀ ਪੈ ਰਿਹਾ। ਸੋ ਅਸੀਂ ਇੱਛਾ ਸ਼ਕਤੀ ਦੇ ਨਾਲ ਅਗਰ ਤੁਰੇ ਹੁੰਦੇ, ਮੈਨੂੰ ਯਾਦ ਹੈ ਸੁਖਵਿੰਦਰ ਕੇ ਸ਼ਾਇਦ ਮਤਲਬ 2005-3-4 ਦੇ ਵਿੱਚ ICICI ਲੋਂਬਾਰਡ ਨਾਮ ਦੀ ਇੱਕ ਪਾਲਿਸੀ ਆਈ ਸੀਗੀ, ਔਰ ਉਹਨਾਂ ਨੇ ਟ੍ਰਾਇਲ ਜੇ ਕੀਤੇ ਸੀਗੇ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਪਰ। ਤੇ ਜੇ ਉਹ ਚੀਜ਼ਾਂ ਅੱਗੇ ਵਧਦੀਆਂ ਰਹਿੰਦੀਆਂ, ਠੀਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਦੂਜੇ ਨੂੰ ਇੱਕ ਤਾਂ ਦੋਸ਼ ਦੇਈ ਚੱਲੀਏ ਕਿ ਸਟੇਟ ਗਵਰਨਮੈਂਟ ਕਹਿੰਦੀ ਰਵੇ ਕਿ ਜੀ ਇਹ ਸੈਂਟਰ ਨੂੰ ਇਹਦੇ ਵਿੱਚ ਕਰਨਾ ਚਾਹੀਦਾ, ਕੇਂਦਰੀ ਸਰਕਾਰ ਇਹਦੇ ਵਿੱਚ ਅੱਗੇ ਵਧੇ, ਤੇ ਕੇਂਦਰੀ ਸਰਕਾਰ ਕਹਿੰਦੀ ਹਰ ਖੇਤਰ ਦੇ ਵਿੱਚ ਕਹਿੰਦੀ, ਅਕਸਰ ਵੇਖਣ ਨੂੰ ਮਿਲਦਾ ਹੈ। ਔਰ ਉਹਦੇ ਚ ਕਾਫੀ ਸਚਾਈ ਵੀ ਹੈ ਸੁਖਵਿੰਦਰ, ਸਾਨੂੰ ਸੱਚ ਕਬੂਲਣਾ ਪਊਗਾ ਕਿ ਪੰਜਾਬ ਦੇ ਪਿਛਲੇ ਸਮਿਆਂ ਦੇ ਮੌਜੂਦਾ ਸਰਕਾਰ ਦੇ ਵਿੱਚ ਦੇਖ ਲਾਂਗੇ ਕਿੰਨੀ ਕੁ ਕੰਪੈਟੇਬਿਲਿਟੀ ਬੈਠਦੀ ਹੈ। ਨਹੀਂ, ਪਿਛਲੀਆਂ ਸਰਕਾਰਾਂ ਇੰਨੀਆਂ ਇਨਕੰਪੈਟੇਬਲ ਰਹੀਆਂ ਨੇ ਨਾ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਦੇ ਨਾਲ। ਸੈਂਕੜੇ ਪਾਲਿਸੀਆਂ ਦੇ ਵਿੱਚ ਕਰੋੜਾਂ ਰੁਪਏ ਦੇ ਬਜਟ ਜਿਹੜੇ ਹੈਗੇ ਆ, ਉਹ ਅਨਯੂਜ਼ਡ ਮਤਲਬ ਜਿਹੜੀ ਹੈਗੀ ਹੈ, ਜਿਹੜੀਆਂ ਸੈਂਟਰ ਦੀਆਂ ਸਕੀਮਾਂ ਦੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ, ਉਹ ਕੰਡੀਸ਼ਨਸ ਪੂਰੀਆਂ ਨਹੀਂ ਕਰਦੇ। ਵਿਭਾਗਾਂ ਦੇ ਵਿੱਚ ਮਤਲਬ ਕੋਈ ਕੰਮ ਕਰਨ ਦੀ ਇੱਛਾ ਸ਼ਕਤੀ ਵਿਭਾਗਾਂ ਦੇ ਵਿੱਚ ਨਹੀਂ ਹੈਗੀ। ਕੋਈ ਸਕੀਮ ਜਿਹੜੀ ਹੈ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਜਾ ਕੇ ਮੰਤਰੀ ਸਾਹਿਬਾਨਾਂ ਦੇ ਕੋਲੇ ਜਾ ਕੇ ਡਿਸਕਸ ਕਰਕੇ ਔਰ ਉਹਦੇ ਤੇ ਕੰਮ ਕਰਵਾ ਲਿਆ ਜਾਵੇ, ਸਭ ਵਿੱਚ ਵਿਚਾਲੇ ਛੱਡੀਆਂ ਜਾਂਦੀਆਂ ਨੇ, ਔਰ ਉਹ ਮਤਲਬ ਫੰਡਸ ਜਿਹੜੇ ਹੈਗੇ ਆ ਉਹ ਅਨਯੂਜ਼ਡ ਫੰਡਸ ਰਹਿ ਜਾਂਦੇ ਨੇ, ਫਿਰ ਅਗਲੀ ਪਾਲਿਸੀ ਉਸ ਹਿਸਾਬ ਨਾਲ ਬਣਦੀ ਹੈ। ਸੋ ਇਹ ਕਮੀਆਂ ਹੈਗੀਆਂ ਨੇ।
ਪਰ ਜੇਕਰ ਇੱਕ ਇੱਛਾ ਸ਼ਕਤੀ ਸਾਡੇ ਅੱਜ ਦੇ ਸੀਐਮ ਸਾਹਿਬ ਜਿਹੜੇ ਹੈਗੇ ਆ, ਜਿਸ ਤਰੀਕੇ ਨਾਲ ਉਹ ਅਕਸਰ ਕਹਿੰਦੇ ਸੀ ਵੀ ਮੈਂ ਖੂਹ ਦੇ ਵਿੱਚ ਜਾ ਕੇ ਪਟਾ ਚੜਾਉਂਦਾ ਰਿਹਾ, ਇੰਜਣ ਦਾ ਲੱਥਿਆ ਹੋਇਆ ਪਟਾ, ਬੋਰਾਂ ਦਾ ਪਟਾ ਚੜਾਉਂਦਾ ਰਿਹਾ, ਬੜੀਆਂ ਧਰਾਤਲ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ, ਔਰ ਧਰਾਤਲ ਦੇ ਉੱਤੇ ਬੜੀਆਂ ਕਲੀਅਰ ਗੱਲਾਂ ਸੁਖਵਿੰਦਰ, ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਿਆ, ਬੜੀਆਂ ਸਿੰਪਲ ਜੀਆਂ ਗੱਲਾਂ ਹੈ। ਇੱਕ ਇੱਛਾ ਸ਼ਕਤੀ ਹੋਵੇ ਤਾਂ ਸਭ ਕੁਝ ਠੀਕ ਹੋ ਸਕਦਾ ਹੈ। ਬੜੇ ਲੋਕ ਮਾਹਰ ਬੈਠੇ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਉਹ ਬੁਲਾਉਣ, ਉਹਨਾਂ ਦੇ ਨਾਲ ਗੱਲ ਕਰਨ, ਬੜੀਆਂ ਪ੍ਰੈਕਟੀਕਲ ਗੱਲਾਂ। ਪੰਜਾਬ ਦੇ ਅਰਥ ਸ਼ਾਸਤਰੀ, ਮਤਲਬ ਖੇਤੀਬਾੜੀ ਦੇ ਖੇਤਰ ਦੇ ਵਿੱਚ ਮਾਹਰ ਲੋਕ, ਕਿਸਾਨ, ਮਾਹਰ ਕਿਸਾਨ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੇਰੇ ਤਾਂ ਮੈਂ ਆਪਣੀ ਉਮਰ ਦੇ ਤਜਰਬੇ ਦੇ ਵਿੱਚ ਮੈਂ ਇੱਕ ਖੇਤੀਬਾੜੀ ਦਾ ਹੀ ਡਾਕਟਰਾਂ, ਖੇਤੀਬਾੜੀ ਦੀ ਪੜ੍ਹਾਈ ਕੀਤੀ ਹੈ, ਔਰ ਅਸੀਂ ਤਾਂ ਇਹ ਦੇਖਿਆ ਓਵਰਆਲ ਕਿ ਜੇਕਰ ਕੋਈ ਇੱਛਾ ਸ਼ਕਤੀ ਮਤਲਬ ਕੋਈ ਕੰਮ ਕਰੇ ਨਾ, ਤੇ ਐਸਾ ਕੁਝ ਵੀ ਨਹੀਂ ਹੈ। ਸਾਲ ਦੇ ਵਿੱਚ 100 ਮਣ ਦਾਣੇ ਪੈਦਾ ਕਰਨ ਵਾਲੀ ਧਰਤੀ ਜਿਹੜੀ ਹੈ, 100 ਮਣ ਤੋਂ ਵੀ ਉੱਪਰ ਦੇ ਦਾਣੇ ਪੈਦਾ। ਸੋ ਇਹ ਧਰਤੀ ਦਾ ਕਿਸਾਨ ਜਿਹੜਾ ਹੈਗਾ ਉਹ ਭੁੱਖਾ ਮਰਦਾ ਹੋਵੇ, ਉਹਨੂੰ ਇੱਕ ਫਸਲ, ਆ ਕਣਕ ਥੋੜਾ ਜਿਹਾ ਡਿੱਗੀ ਹੈ ਸੁਖਵਿੰਦਰ, ਕਣਕ ਕੀ ਡਿੱਗੀ ਹੈ, ਪੰਜਾਬ ਦੇ ਲੋਕਾਂ ਦਾ ਦਿਲ ਡਿੱਗ ਪਿਆ। ਕਿਉਂ? ਕਿਉਂਕਿ ਮਤਲਬ ਸਾਡੇ ਕੋਲੇ ਸਾਡੀ ਹਾਲਤ ਪਹਿਲਾਂ ਬਦਲੀ ਜੀ, ਕੋਈ ਐਡੀ ਵੱਡੀ ਕਰੋਪੀ ਨਹੀਂ ਹੈ। ਕੁਦਰਤੀ ਕਰੋਪੀਆਂ ਤਾਂ ਪਿੱਛੇ ਕਰੋਨਾ ਆ ਕੇ ਗਿਆ, ਠੀਕ ਹੈ ਨਾ, ਕੁਦਰਤੀ ਕਰੋਪੀਆਂ ਤਾਂ ਬਹੁਤ ਵੱਡੀਆਂ ਹੋ ਸਕਦੀਆਂ, ਪਰ ਸਾਡੀ ਹਾਲਤ ਇੰਨੀ ਪਤਲੀ ਹੈ, ਸਾਡੇ ਤੋਂ ਝੱਲ ਨਹੀਂ ਹੁੰਦਾ, ਸਾਡੇ ਕਿਸਾਨ ਤੋਂ ਝੱਲ ਨਹੀਂ ਹੁੰਦਾ ਕੁਝ। ਔਰ ਇੱਥੇ ਸਰਕਾਰਾਂ ਨੂੰ ਬਾਂਹ ਫੜ ਕੇ ਉਹ ਇੱਛਾ ਸ਼ਕਤੀ ਡਿਵੈਲਪ ਕਰ, ਪਹਿਲਾਂ ਸਰਕਾਰ ਦੇ ਵਿੱਚ ਹੋਵੇ, ਫਿਰ ਉਹਦੇ ਨਾਲ ਉਸ ਤੋਂ ਬਾਅਦ ਕਿਸਾਨ ਆਰਗੇਨਾਈਜੇਸ਼ਨਾਂ ਦੇ ਵਿੱਚ ਆਵੇ। ਕਿਸਾਨ ਆਰਗੇਨਾਈਜੇਸ਼ਨਾਂ ਦੇ ਵਿੱਚ ਵੀ ਬੜੀ ਤਰ੍ਹਾਂ ਦੇ ਅਜੇ ਸੁਧਾਰਾਂ ਦੀ ਲੋੜ ਹੈ। ਮੈਨੂੰ ਤਾਂ ਕਈ ਵਾਰੀ ਹਾਸਾ ਆਉਂਦਾ ਹੁੰਦਾ ਕਿ ਇੱਕ ਪਾਸੇ ਸਾਡੀਆਂ ਕਿਸਾਨ ਆਰਗੇਨਾਈਜੇਸ਼ਨਸ ਨਾਅਰਾ ਦੇ ਰਹੀਆਂ ਸਾਡੇ ਕਿਸਾਨਾਂ ਨੂੰ ਕਿ ਆਪਣੀ ਰਾਖੀ ਆਪ ਕਰੋ, ਸਰਕਾਰਾਂ ਤੋਂ ਨਾ ਝਾਕ ਕਰੋ, ਔਰ ਜਦੋਂ ਮਤਲਬ ਅਜੇ ਮਤਲਬ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ, ਕਿਸੇ ਬਲਾਕ ਦੇ ਵਿੱਚ ਹੀ ਜਾਂ ਕਿਸੇ 10 ਪਿੰਡਾਂ ਦੇ ਵਿੱਚ ਹੀ ਅਜੇ ਕੋਈ ਆਫਤ ਆਈ ਹੁੰਦੀ ਹੈ ਜਾਂ ਕੁਝ ਹੁੰਦਾ, ਤੇ ਅਸੀਂ ਸਾਰੇ ਜਾਣੇ ਖੜ ਕੇ ਮਤਲਬ ਸਰਕਾਰਾਂ ਨੂੰ ਬੇਨਤੀਆਂ ਕਰਦੇ ਹਾਂ, ਸਰਕਾਰਾਂ ਨੂੰ ਤੋਂ ਝਾਕ ਕਰਦੇ ਹਾਂ। ਫਿਰ ਅਸੀਂ ਕਿਸ ਤਰ੍ਹਾਂ ਦੇ ਇਨਕੰਪਲੀਟ ਸਲੋਗਨਸ, ਗਲਤ ਸਲੋਗਨਸ ਦੇ ਉੱਤੇ ਕਿਉਂ ਕੰਮ ਕਰ ਰਹੇ? ਨਾ ਤਾਂ ਖੇਤੀ ਦੇ ਵਿੱਚ ਸਰਕਾਰ ਨੂੰ ਇਨਵੋਲਵ ਕਰੋ, ਸਗੋਂ ਸਰਕਾਰ ਦਾ ਸਾਥ ਦੇਈਏ, ਸਰਕਾਰ ਨੂੰ ਇਨਵੋਲਵ ਕਰੀਏ, ਸਰਕਾਰ ਤੇ ਕਿਸਾਨ ਇਕੱਠੇ ਹੋਣ ਤੇ ਮਤਲਬ ਫਿਰ ਅੱਗੇ ਵਧਿਆ ਜਾ ਸਕਦਾ ਹੈ। ਇਹ ਜਿਹੜੀਆਂ ਹੈਗੀਆਂ ਬੜਾ ਇਹਦੇ ਤੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਜੀ ਸੁਖਵਿੰਦਰ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ।